ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ, ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। कबीर सेवा को दोए भले, एक संत एक राम। राम जो दाता मुक्त को, राम जो दाता मुक्त को, संत जपावै नाम। धन 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 जन आया, जिस प्रसाद सब जगत तराया। जन आवन का यह सुआओ, जन आवन का यह सुआओ। जन कर संग चित आवे नाओ। जिन्ना आया तू जगत तर जावे। तन तन होना होना जिन्ना आया तू जगत तर जावे।
ਧਨ ਧਨ ਓਣਾ ਓਣਾ ਦਾ ਜਿਨਾ ਆਇਆ ਤੂੰ ਜਗਤ ਧਨ ਜਾਵੇ ਧਨ ਧਨ ਓਣਾ ਓਣਾ ਦਾ ਜਿਨਾ ਆਇਆ ਤੂੰ ਜਗਤ ਤਰ ਜਾਵੇ ਧਨ ਧਨ ਓਣਾ ਓਣਾ ਦਾ ਜਿਨਾ ਆਇਆ ਤੂੰ ਜਗਤ ਤਰ ਜਾਵੇ ਧਨ ਧਨ ਓਣਾ ਓਣਾ ਦਾ ਧਨ ਧਨ ਓਣਾ ਓਣਾ ਦਾ ਜਿਨਾ ਆਇਆ ਤੂੰ ਜਗਤ ਤਰ ਜਾਵੇ ਧਨ ਧਨ ਓਣਾ ਓਣਾ ਦਾ ਧਨ ਧਨ ਜੀ ਓਣਾ ਓਣਾ ਦਾ ਧਨ ਧਨ ਜੀ ਓਣਾ ਓਣਾ ਦਾ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਹਾਜ਼ਰਾ ਹਜ਼ੂਰ ਚਵਰਾ ਤਖਤਾਂ ਛਤਰਾਂ ਦੇ ਮਾਲਕ ਸਤਿਗੁਰੂ ਅਵਤਾਰ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਮਨ ਦੀ ਪੂਰਨ ਇਕਾਗਰਤਾ ਦੇ ਲਈ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਭਾਗੀ ਹਾਂ ਸਾਰੇ ਜੀਵ, ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ ਤੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਬਾਹਰ ਸੰਗਤ ਜਿਹੜੀ ਘੁੰਮ ਰਹੀ ਹੈ ਜਾਂ ਲੰਗਰ ਹਾਲ ਵਿੱਚ ਬੜੀ ਸੰਗਤ ਹੈ, ਕਿ ਥੋੜਾ ਸਮਾਂ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਬੈਠ ਕੇ ਹਰੀ ਜਸ ਕਰਨ ਦਾ ਸੁਭਾਗਾ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਉਹਦਾ ਲਾਹਾ ਲਈਏ। ਬਾਹਰ ਬੱਚਿਆਂ ਦਾ ਰੌਲਾ ਬੜਾ ਪੈ ਰਿਹਾ ਹੈ, ਬਾਹਰ ਬੇਨਤੀ ਹੈ ਜਿਹੜੇ ਸੇਵਾਦਾਰ ਬਾਹਰ ਹੈ, ਸਕੂਲ ਦੇ ਬੱਚੇ ਆ, ਸਾਹਮਣੇ ਟੀਚਰਾਂ ਨੂੰ ਵੀ ਬੇਨਤੀ ਹੈ ਜਿਹੜੇ ਬਾਹਰ ਪ੍ਰਾਇਮਰੀ ਸਕੂਲ ਹੈ ਨਾ, ਸੋ ਉਹ ਬੇਨਤੀ ਪ੍ਰਵਾਨ ਕਰ ਲੈਣ ਕਿਰਪਾ ਕਰਕੇ। ਬੱਚੇ ਸ਼ੋਰ ਪਾ ਰਹੇ ਆ, ਸਕੂਲ ਦੇ ਬੱਚੇ ਨੇ, ਸ਼ੋਰ ਉੱਪਰ ਆ ਰਹੇ ਆ, ਆਵਾਜ਼ ਉੱਪਰ ਆ ਰਹੀ ਹੈ, ਮਨ ਦੀ ਇਕਾਗਰਤਾ ਨਹੀਂ ਬਣਦੀ। ਸੋ ਇਸ ਕਰਕੇ ਜੋ ਅੱਜ ਦਾ ਇਹ ਮਹਾਨ ਸਮਾਗਮ ਪੂਰਨਮਾਸ਼ੀ ਦੇ ਦਿਹਾੜੇ ਦਾ ਸਮਾਗਮ ਤੇ ਆਪਾਂ ਹਾਜ਼ਰੀ ਭਰ ਰਹੇ ਆ, ਇਹ ਅੱਜ ਦਾ ਸਮਾਗਮ ਧੰਨ 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 ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ 20ਵੀਂ ਸਦੀ ਦੇ ਅਵਤਾਰ, ਉਹਨਾਂ ਨੂੰ ਮਿੱਠੀ ਯਾਦ ਨੂੰ ਸਮਰਪਿਤ ਹੋ ਰਿਹਾ।
ਕਿਉਂਕਿ ਉਹਨਾਂ ਦਾ ਬਰਸੀ ਸਮਾਗਮ ਹੈ ਜਿਹੜਾ ਕੱਲ੍ਹ ਤੋਂ ਆਰੰਭ ਹੋ ਜਾਣਾ ਹੈ। ਗੁਰਦੁਆਰਾ ਗੁਰਸਾਗਰ ਸਾਹਿਬ ਮਸਤੂਆਣਾ ਸਾਹਿਬ ਬੜਾ ਵੱਡਾ ਸਥਾਨ ਹੈ ਸੰਗਰੂਰ ਦੇ ਨਾਲ। ਬੜੀਆਂ ਬਖਸ਼ਿਸ਼ਾਂ ਮਹਾਂਪੁਰਖਾਂ ਨੇ ਕੀਤੀਆਂ, ਸਾਡੇ ਕਲਯੁਗੀ ਜੀਵਾਂ ਨੂੰ ਤਾਰਨਾ ਕੀਤਾ। ਕੱਲ੍ਹ ਤੋਂ ਉੱਥੇ ਬਰਸੀ ਸਮਾਗਮ ਆਰੰਭ ਹੋ ਰਿਹਾ। ਬੜੇ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਹਾਜ਼ਰੀ ਭਰਨਗੀਆਂ। 3 ਦਿਨ ਦਾ ਸਮਾਗਮ ਚੱਲਣਾ, ਕਿਉਂਕਿ ਮਹਾਂਪੁਰਖਾਂ ਦੇ ਵੀ ਉਹਨਾਂ ਸਤਿਪੁਰਸ਼ਾਂ ਦੀ ਕਿਰਪਾ ਹੋਈ, ਰਹਿਮਤ ਹੋਈ। ਇਹ ਉਹਨਾਂ ਦਾ ਲਾਇਆ ਬੂਟਾ ਹੈ ਜਿੱਥੇ ਆਪਾਂ ਅੱਜ ਹਾਜ਼ਰੀ ਭਰ ਰਹੇ ਹਨ। ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਕੰਬਲੀ ਵਾਲੇ ਮਹਾਂਪੁਰਖ, ਇਹ ਧੰਨ ਧੰਨ ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਕਿਰਪਾ ਹੋਈ। ਉਹਨਾਂ ਦੇ ਬਚਨਾਂ ਦੇ ਨਾਲ ਮਹਾਂਪੁਰਖਾਂ ਦਾ ਜਨਮ ਹੋਇਆ ਸੀ। ਸੋ ਇਸ ਕਰਕੇ ਅੱਜ ਉਹਨਾਂ ਦੀ ਪਾਵਨ ਯਾਦ ਮਨਾ ਰਹੇ, ਉਹਨਾਂ ਦੀ ਯਾਦ ਨੂੰ ਸਮਰਪਿਤ ਆਪਾਂ ਹਾਜ਼ਰੀ ਭਰ ਰਹੇ ਹਾਂ। ਵਡਭਾਗੀ ਹਾਂ ਸਾਰੇ, ਕਿਉਂਕਿ ਇਹੋ ਜਿਹੇ ਮਹਾਂਪੁਰਖਾਂ ਦਾ ਰਸਨਾ ਤੋਂ ਨਾਮ ਲਿਆ ਜਾਵੇ ਹਿਰਦੇ ਕਰਕੇ, ਮਨ ਕਰਕੇ, ਕਹਿੰਦੇ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਜੀ ਕਿ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੰਨੀ ਬੰਦਗੀ, ਇੰਨੀ ਕਮਾਈ, ਚੀਮਾ ਨਗਰ ਮਾਤਾ ਭੋਲੀ ਜੀ ਦੀ ਕੁੱਖ ਨੂੰ ਭਾਗ ਲਾਏ ਮਹਾਂਪੁਰਖਾਂ ਨੇ। ਇੰਨੀ ਘਾਲਣਾ ਮਹਾਂਪੁਰਖਾਂ ਨੇ ਘਾਲੀ ਹੈ ਗੁਰਮੁਖੋ। ਤੇ ਡੇਰੇ ਕਿੱਥੇ ਲਾਏ ਆ ਕੇ? ਝਿੜੀ ਸੀ, ਜੰਗਲ ਸੀ। ਮਸਤੂਆਣਾ ਸਾਹਿਬ ਤੇ ਬਾਅਦ ਚ ਗੁਰਸਾਗਰ ਸਾਹਿਬ ਤੇ ਬਾਅਦ ਚ ਬਣੇ ਮਹਾਂਪੁਰਖਾਂ ਨੇ ਆ ਕੇ ਜਦੋਂ ਭਾਗ ਲਾਏ ਨਾ, ਜੰਗਲ ਦੀ ਆਬਾਦ ਝਿੜੀ ਸੀ ਉਹ। ਪੁਰਾਣੇ ਸਾਧੂਆਂ ਦਾ ਜੀਵਨ ਦੇਖ ਲਈਏ, ਜਿੰਨੇ ਵੀ ਕਮਾਈ ਵਾਲੇ ਮਹਾਂਪੁਰਖ ਹੋਏ, ਜਿਨ੍ਹਾਂ ਨੇ ਵੀ ਸਥਾਨ ਬਣਾਏ, ਭਾਗ ਲਾਏ, ਉਹਨਾਂ ਨੇ ਜੰਗਲਾਂ ਵਿੱਚ ਆ ਕੇ ਤਪ ਕੀਤਾ। ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਾ ਦਾ ਜੀਵਨ ਦੇਖੋ। ਨਹਿਰ ਦੇ ਕੰਢੇ ਉਹ ਵੀ ਝਿੜੀ ਸੀ, ਉੱਥੇ ਵੀ ਜੰਗਲ ਸੀ। ਸੋ ਇਹ ਮਹਾਂਪੁਰਖਾਂ ਦੀ ਮੌਜ ਹੈ। ਰੰਗ ਹੱਸੈ ਰੰਗ ਰੋਵਹਿ, ਚੁੱਪ ਭੀ ਕਰ ਜਾਹੇ, ਪ੍ਰਵਾਹ ਨਾਹੀ ਕਿਸੈ ਕੇਰੀ ਬਾਝ ਸੱਚੇ ਨਾਮ। ਇਹ ਮਹਾਂਪੁਰਖ ਆਉਂਦੇ ਹੀ ਜੰਗਲਾਂ ਵਿੱਚ ਮੰਗਲ ਕਰਨ ਵਾਸਤੇ ਨੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੰਗਲਾਂ ਵਿੱਚ ਮੰਗਲ ਕਰ ਦਿੰਦੇ, ਜੰਗਲਾਂ ਵਿੱਚ ਮੰਗਲ ਕਰ ਦਿੰਦੇ। ਜੰਗਲਾਂ ਵਿੱਚ ਮੰਗਲ ਕਰ ਦਿੰਦੇ, ਜੰਗਲਾਂ ਵਿੱਚ ਮੰਗਲ ਕਰ ਦਿੰਦੇ। ਜੰਗਲਾਂ ਵਿੱਚ ਮੰਗਲ ਕਰ ਦਿੰਦੇ, ਜੰਗਲਾਂ ਵਿੱਚ ਮੰਗਲ ਕਰ ਦਿੰਦੇ। ਜੰਗਲਾਂ ਵਿੱਚ ਮੰਗਲ ਕਰ ਦਿੰਦੇ, ਜੰਗਲਾਂ ਵਿੱਚ ਮੰਗਲ ਕਰ ਦਿੰਦੇ। ਜੰਗਲਾਂ ਵਿੱਚ ਮੰਗਲ ਕਰ ਦਿੰਦੇ, ਜੰਗਲਾਂ ਵਿੱਚ ਮੰਗਲ ਕਰ ਦਿੰਦੇ। ਜਿੱਥੇ ਹੋ ਜੇ ਵਾਸਾ ਸੰਤਾਂ ਦਾ, ਜੰਗਲਾਂ ਵਿੱਚ ਮੰਗਲ ਕਰ ਦਿੰਦੇ, ਜੰਗਲਾਂ ਵਿੱਚ ਮੰਗਲ ਕਰ ਦਿੰਦੇ। ਜੰਗਲਾਂ ਵਿੱਚ ਮੰਗਲ ਕਰ ਦਿੰਦੇ, ਜੰਗਲਾਂ ਵਿੱਚ ਮੰਗਲ ਕਰ ਦਿੰਦੇ। ਜਿੱਥੇ ਹੋ ਜੇ ਵਾਸਾ ਸੰਤਾਂ ਦਾ, ਜੰਗਲਾਂ ਵਿੱਚ ਮੰਗਲ ਕਰ ਦਿੰਦੇ, ਜੰਗਲਾਂ ਵਿੱਚ ਮੰਗਲ ਕਰ ਦਿੰਦੇ। ਜੰਗਲਾਂ ਵਿੱਚ ਮੰਗਲ ਕਰ ਦਿੰਦੇ, ਜੰਗਲਾਂ ਵਿੱਚ ਮੰਗਲ ਕਰ ਦਿੰਦੇ। ਉਹ ਜੜਾ ਉਹਨਾਂ ਦੀਆਂ ਉਖੇੜਦੇ, ਜੜਾ ਉਹਨਾਂ ਦੀਆਂ ਉਖੇੜਦੇ। ਜੜਾ ਉਹਨਾਂ ਦੀਆਂ ਉਖੇੜਦੇ, ਜੜਾ ਉਹਨਾਂ ਦੀਆਂ ਉਖੇੜਦੇ। ਜੋ ਕਰਨ ਤਮਾਸ਼ਾ ਸੰਤਾਂ ਦਾ, ਜੋ ਕਰਨ ਤਮਾਸ਼ਾ ਸੰਤਾਂ ਦਾ। ਜੋ ਕਰਨ ਤਮਾਸ਼ਾ ਸੰਤਾਂ ਦਾ, ਕਰਨ ਤਮਾਸ਼ਾ ਸੰਤਾਂ ਦਾ। ਜੰਗਲਾਂ ਵਿੱਚ ਮੰਗਲ ਕਰ ਦਿੰਦੇ, ਜੰਗਲਾਂ ਵਿੱਚ ਮੰਗਲ ਕਰ ਦਿੰਦੇ। ਜੰਗਲਾਂ ਵਿੱਚ ਮੰਗਲ ਕਰ ਦਿੰਦੇ, ਜੰਗਲਾਂ ਵਿੱਚ ਮੰਗਲ ਕਰ ਦਿੰਦੇ। ਸੋ ਇਹ ਮਹਾਂਪੁਰਖਾਂ ਦੀ ਕਮਾਈ ਹੈ, ਬੰਦਗੀ। ਜੰਗਲਾਂ ਵਿੱਚ ਮੰਗਲ ਕਰ ਦਿੰਦੇ, ਜਿੱਥੇ ਹੋ ਜੇ ਵਾਸਾ ਸੰਤਾਂ ਦਾ।
ਜਿੱਥੇ ਆ ਕੇ ਸਾਧੂ ਬੈਠ ਜਾਣ, ਬੰਦਗੀ ਕਰ ਲੈਣ, ਕਮਾਈ ਕਰ ਲੈਣ, ਨਾਮ ਜਪਿਆ ਜਾਂਦਾ ਜਿੱਥੇ, ਉਹ ਧਰਤੀ ਦੇ ਭਾਗ ਜਾਗ ਜਾਂਦੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਜੜਾ ਉਹਨਾਂ ਦੀਆਂ ਉਹ ਖੇਡ ਦਿੰਦੇ ਜੋ ਕਰਨ ਤਮਾਸ਼ਾ ਸੰਤਾਂ ਦਾ। ਜਿਹੜੇ ਮਹਾਂਪੁਰਖਾਂ ਦੇ ਨਾਲ ਵੀ ਕੁਝ ਮਜ਼ਾਕ ਕਰਦੀ ਹੈ ਸੰਸਾਰ, ਜਿਹੜਾ ਦੁਨੀਆ, ਫਿਰ ਕੋਈ ਨਾ ਕੋਈ ਐਸਾ ਵਚਨ ਮਹਾਂਪੁਰਖਾਂ ਦੀ ਰਸਨਾ ਤੋਂ ਹੋ ਜਾਂਦਾ ਗੁਰਮੁਖੋ, ਉਹਦਾ ਜੀਵਨ ਹੀ ਬਰਬਾਦ ਹੋ ਜਾਂਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨੇ ਮਹਾਂਪੁਰਖਾਂ ਦੇ ਨਾਲ ਈਰਖਾ ਕੀਤੀ, ਵੈਰ ਕੀਤਾ, ਬੜੇ ਨੇ ਵੈਰ ਕਰਨ ਵਾਲੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੂੰ ਨਹੀਂ ਸੀ ਬਖਸ਼ਿਆ ਕਿਸੇ ਨੇ। ਇਹ ਨਿੰਦਕ ਨੇ ਜਿਹੜੇ, ਇਹ ਸ਼ੁਰੂ ਤੋਂ ਹੀ ਇਹ ਚੱਲੇ ਆ ਰਹੇ ਆ, ਭਗਤਾਂ ਦੇ ਦੁਖੀ ਨੇ ਜਿਹੜੇ, ਅੱਜ ਵੀ ਨੇ, ਪਹਿਲਾਂ ਵੀ ਸੀ, ਅੱਗੇ ਵਾਲੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਤੇ ਚੱਲਦਾ ਹੀ ਰਹਿਣਾ। ਸੋ ਇਸ ਕਰਕੇ ਕਹਿੰਦੇ ਉਹਨਾਂ ਦੀਆਂ ਜੜ੍ਹਾਂ ਵੀ ਉਹ ਖੇਡ ਦਿੰਦੇ ਆ, ਕਿਉਂਕਿ ਰਸਨਾ ਤੋਂ ਕੋਈ ਨਾ ਕੋਈ ਐਸਾ ਬਚਨ ਨਿਕਲ ਜਾਂਦਾ। ਫਿਰ ਮਹਾਂਪੁਰਖਾਂ ਦੀ ਰਸਨਾ ਤੋਂ ਨਿਕਲਿਆ ਬਚਨ ਉਹ ਮੁੜਦਾ ਨਹੀਂ। ਤੀਰ ਕਮਾਨੋਂ ਤੇ ਬੋਲ ਜਵਾਨੋਂ ਜਿਹੜਾ ਨਿਕਲ ਗਿਆ ਗੁਰਮੁਖੋਂ, ਕਦੇ ਮੁੜਿਆ ਨਹੀਂ, ਕਦੇ ਟਲਿਆ ਨਹੀਂ। ਕਮਾਨ ਤੋਂ ਤੀਰ ਛੱਡ ਦਈਏ, ਜਿੰਨਾ ਮਰਜ਼ੀ ਜ਼ੋਰ ਲਾਓ, ਨਹੀਂ ਮੁੜਦਾ। ਇਸੇ ਕਰਕੇ ਜਿਹੜਾ ਰਸਨਾ ਤੋਂ ਵਚਨ ਹੋ ਗਿਆ ਉਹ ਵੀ ਨਹੀਂ ਟਲਦਾ। ਇਸ ਕਰਕੇ ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਮਹਾਂਪੁਰਖਾਂ ਦੇ ਕੋਲ ਬੜੇ ਸੰਜਮ ਨਾਲ ਰਹਿਣਾ ਪੈਂਦਾ ਗੁਰਮੁਖੋ। ਕੋਈ ਨਾ ਕੋਈ ਸਹਿਜ ਸੁਭਾਅ ਇਹੋ ਜਿਹਾ ਵਚਨ ਹੋ ਜਾਂਦਾ ਜਿਹੜਾ ਸਾਡੇ ਲਈ ਅੱਗੇ ਪਤਾ ਨਹੀਂ ਕਿੰਨੇ ਸੰਕਟ ਬਣ ਕੇ ਖੜੇ ਹੋ ਜਾਂਦੇ ਨੇ। ਪਰ ਜੇ ਕੋਈ ਇਹੋ ਜਿਹਾ ਨਦਰ ਹੋ ਜਾਵੇ, ਮਿਹਰ ਹੋ ਜਾਵੇ, ਤੇ ਪਤਾ ਹੀ ਨਹੀਂ ਕਿੰਨੀਆਂ ਕੁੱਲਾਂ ਤਰ ਵੀ ਜਾਂਦੀਆਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਮਹਾਂਪੁਰਖ ਤੇ ਆਉਂਦੇ ਹੀ ਤਾਰਨ ਵਾਸਤੇ ਆ, ਉੱਥੇ ਤਾਰਨ ਹਾਰੇ ਬਣ ਕੇ ਸੰਸਾਰ ਵਿੱਚ ਆਉਂਦੇ ਆ। ਅਕਾਲ ਪੁਰਖ ਪਰਮਾਤਮਾ ਵੱਲੋਂ ਮਹਾਂਪੁਰਖਾਂ ਦੀ ਡਿਊਟੀ ਲੱਗਦੀ ਹੈ ਸਾਡੇ ਕਲਯੁਗ ਜੀਵਾਂ ਦਾ ਭਲਾ ਕਰਨ ਵਾਸਤੇ। ਆਓ ਸੰਤ ਮਹਾਰਾਜ ਸੰਤ ਬਵਾਦਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਅੱਜ ਜੋ ਕੀਰਤਨ ਦਾ ਆਨੰਦ ਮਾਣ ਰਹੇ ਆ ਗੁਰਮੁਖ, ਇਹ ਉਹਨਾਂ ਦੀ ਦੇਣ ਹੈ ਮਹਾਂਪੁਰਖਾਂ ਦੀ। ਇਹ ਮਲਵਈ ਕੀਰਤਨ ਧਾਰਨਾ ਦਾ ਕੀਰਤਨ ਉੱਥੋਂ ਆਰੰਭ ਹੋਇਆ। ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੀ ਧਰਤੀ, ਧੰਨ ਧੰਨ ਬਾਬਾ ਅਤਰ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਸਾਡੇ ਤੇ। ਕਿਉਂਕਿ ਲੋਕ ਪਹਿਲਾਂ ਮੇਲਿਆਂ 'ਚ ਜਾਣਾ, ਉੱਚੀ ਉੱਚੀ ਬੋਲੀਆਂ ਪਾਉਣੀਆਂ, ਗੰਦੀਆਂ ਮੰਦੀਆਂ ਬੋਲੀਆਂ, ਵਿਆਹਾਂ ਵਿੱਚ ਬੋਲੀਆਂ ਪਾਈ ਜਾਣੀਆਂ। ਤੇ ਇੱਕ ਦਿਨ ਮਹਾਂਪੁਰਖ ਕਹਿੰਦੇ ਉਹਨਾਂ ਨੇ ਦੇਖਿਆ, ਉਹ ਆਪ ਚਲੇ ਗਏ। ਜਦੋਂ ਗਏ, ਸੰਗਤਾਂ ਬੋਲੀਆਂ ਪਾ ਰਹੀਆਂ, ਨੱਚਦੇ ਆ, ਟੱਪਦੇ ਆ, ਲੋਕ ਖੁਸ਼ੀ ਮਨਾ ਰਹੇ ਆ। ਤੇ ਮਹਾਂਪੁਰਖਾਂ ਨੇ ਵੀ ਜਾ ਕੇ ਕਹਿੰਦੇ ਕਿਹਾ ਵੀ ਚਲੋ ਆਪਾਂ ਰਲ ਕੇ ਬੋਲੀਆਂ ਪਾਉਂਦੇ ਆ। ਕਹਿੰਦੇ ਪਹਿਲਾਂ ਅੱਗੇ ਅੱਗੇ ਅਸੀਂ ਬੋਲਾਂਗੇ ਤੇ ਤੁਸੀਂ ਪਿੱਛੇ ਪਿੱਛੇ ਸਾਡੇ ਨਾਲ ਬੋਲਣਾ। ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਨੇ, ਕਿਉਂਕਿ ਤਾਰਨਾ ਸੀ ਉਹਨਾਂ ਨੂੰ, ਕਲਯੁਗ ਜੀਵਾਂ ਦਾ ਭਲਾ ਕਰਨ ਵਾਸਤੇ ਮਹਾਂਪੁਰਖ ਆਉਂਦੇ ਆ। ਤੇ ਉਸ ਸਮੇਂ ਕਹਿੰਦੇ ਮਹਾਂਪੁਰਖਾਂ ਨੇ ਗੁਰਬਾਣੀ ਦੇ ਸ਼ਬਦ ਜੋਟੀਆਂ ਬਣਾ ਬਣਾ ਕੇ ਸ਼ਬਦ ਪੜ੍ਹੇ, ਧਾਰਨਾ ਬਣਾ ਬਣਾ ਕੇ ਸ਼ਬਦ ਪੜ੍ਹੇ। ਤੇ ਪਹਿਲਾਂ ਮਹਾਂਪੁਰਖ ਬੋਲਦੇ ਤੇ ਵਿੱਚ ਨਾਲ ਜਿਹੜੀਆਂ ਸੰਗਤਾਂ ਸੀ ਉਹ ਬੋਲਦੀਆਂ, ਤੇ ਬੜਾ ਆਨੰਦ ਬਣਿਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਸੰਗਤਾਂ ਨੂੰ ਆਨੰਦ ਬਣਿਆ, ਕਿਉਂਕਿ ਕਮਾਈ ਵਾਲਾ ਸਾਧੂ ਗੁਰਬਾਣੀ ਪੜ੍ਹ ਰਹੇ ਆ, ਸ਼ਬਦ ਪੜ੍ਹ ਰਹੇ ਆ, ਕੀਰਤਨ ਕਰ ਰਹੇ ਆ, ਗੁਰਬਾਣੀ ਦਾ ਜਾਪ ਹੋ ਰਿਹਾ, ਆਨੰਦ ਤੇ ਆਉਣਾ ਹੀ ਸੀ। ਤੇ ਪਹਿਲਾਂ ਜਿਹੜੀ ਉਹ ਗੰਦੀਆਂ ਮੰਦੀਆਂ ਬੋਲੀਆਂ ਪਾਉਂਦੇ ਆ, ਉਹਨਾਂ ਦੇ ਨਾਲ ਮਨ ਦੀ ਇਕਾਗਰਤਾ ਭੰਗ ਹੁੰਦੀ ਹੈ, ਬਿਰਤੀ ਭੰਗ ਹੋ ਜਾਂਦੀ ਹੈ। ਸੋ ਇਸ ਕਰਕੇ ਉਹ ਕਹਿੰਦੇ ਸੰਗਤਾਂ ਬੜਾ ਖੁਸ਼, ਬੜਾ ਆਨੰਦ ਉਹਨਾਂ ਨੂੰ। ਕਹਿੰਦੇ ਬਾਬਾ ਜੀ ਬੜੀ ਕਿਰਪਾ ਕੀਤੀ, ਬੜਾ ਆਨੰਦ ਆ ਰਿਹਾ। ਕਹਿੰਦੇ ਤੁਸੀਂ ਪਾਓ, ਅੱਜ ਤੋਂ ਬਾਅਦ ਅਸੀਂ ਨਹੀਂ ਪਾਉਣੀਆਂ ਬੋਲੀਆਂ। ਕਹਿੰਦੇ ਇਹ ਤੁਹਾਡੀਆਂ ਜਿਹੜੀਆਂ ਬੋਲੀਆਂ ਤੁਸੀਂ ਪਾ ਰਹੇ, ਉਹਨਾਂ ਨੂੰ ਪਤਾ ਨਹੀਂ ਸੀ, ਸੋਝੀ ਨਹੀਂ ਸੀ, ਗੁਰਬਾਣੀ ਦਾ ਗਿਆਨ ਹੀ ਨਹੀਂ ਸੀ ਇਹਨਾਂ ਤੇ। ਮਹਾਂਪੁਰਖਾਂ ਨੇ ਕਿਰਪਾ ਕੀਤੀ, ਮਾਲਵੇ ਦੀ ਧਰਤੀ ਨੂੰ ਤਾਰਿਆ। 18 ਲੱਖ ਪ੍ਰਾਣੀਆਂ ਨੂੰ ਮਹਾਂਪੁਰਖਾਂ ਨੇ ਖੰਡੇ ਵਾਲੇ ਦੀ ਦਾਤ ਬਖਸ਼ੀ ਹੈ। ਕਰਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰਮੁਖ 18 ਲੱਖ ਕਹਿਣਾ ਸੌਖਾ, ਕੜਾਹਿਆਂ ਦੇ ਵਿੱਚ ਮਹਾਂਪੁਰਖ ਅੰਮ੍ਰਿਤ ਦਾ ਵਾਟਾ ਤਿਆਰ ਕਰਿਆ ਕਰਦੇ। ਔਰ ਉਹਨਾਂ ਸਮੇਂ 'ਚ ਸਾਧਨ ਕੋਈ ਨਹੀਂ ਸੀ, ਸਪੀਕਰ ਕੋਈ ਨਹੀਂ ਸੀ, ਪ੍ਰਚਾਰ ਦਾ ਸਾਧਨ ਨਹੀਂ ਸੀ। ਫਿਰ ਵੀ ਕਹਿੰਦੇ 4-4 5-5 ਕੋ ਮਹਾਂਪੁਰਖਾਂ ਦੀ ਆਵਾਜ਼ ਜਾਣੀ। ਜਦੋਂ ਵੀ ਮਹਾਂਪੁਰਖਾਂ ਨੇ ਦੀਵਾਨ ਸਜਾਉਣੇ ਤੇ 4-4 ਕੋਹ ਤੇ ਆਵਾਜ਼ ਮਹਾਂਪੁਰਖਾਂ ਦੀ ਬਿਨਾਂ ਸਪੀਕਰ ਤੋਂ ਆਵਾਜ਼ ਪਹੁੰਚਦੀ ਸੀ। ਕਿਉਂ? ਉਹ ਨਾਮ ਦੀ ਕਮਾਈ ਸੀ, ਬੰਦਗੀ ਸੀ ਮਹਾਂਪੁਰਖਾਂ ਦੀ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਇਸ ਕਰਕੇ ਕਹਿੰਦੇ ਇਹ ਤੇ ਅਕਾਲ ਪੁਰਖ ਵੱਲੋਂ ਇਹ ਬਖਸ਼ੀਆਂ ਰੂਹਾਂ ਆਪ ਸੰਸਾਰ ਵਿੱਚ ਪ੍ਰਮਾਤਮਾ ਵੱਲੋਂ ਬਖਸ਼ੀਆਂ ਰੂਹਾਂ ਸੰਸਾਰ ਵਿੱਚ ਆਉਂਦੀਆਂ ਐਵੇਂ ਨਹੀਂ ਕਰਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਉਹ ਭੇਜੇ ਕਰਤਾਰ ਨੇ ਐਵੇਂ ਨਹੀਂ ਆਉਂਦੇ ਸਾਧੂ ਭੇਜੇ ਕਰਤਾਰ ਨੇ ਐਵੇਂ ਨਹੀਂ ਆਉਂਦੇ ਸਾਧੂ ਭੇਜੇ ਕਰਤਾਰ ਨੇ ਐਵੇਂ ਨਹੀਂ ਆਉਂਦੇ ਸਾਧੂ ਭੇਜੇ ਕਰਤਾਰ ਨੇ ਭੇਜੇ ਕਰਤਾਰ ਨੇ ਐਵੇਂ ਨਹੀਂ ਆਉਂਦੇ ਸਾਧੂ ਭੇਜੇ ਕਰਤਾਰ ਨੇ ਐਵੇਂ ਨਹੀਂ ਆਉਂਦੇ ਸਾਧੂ ਉਹ ਭੇਜੇ ਕਰਤਾਰ ਨੇ ਐਵੇਂ ਨਹੀਂ ਆਉਂਦੇ ਸਾਧੂ ਭੇਜੇ ਕਰਤਾਰ ਨੇ ਐਵੇਂ ਨਹੀਂ ਆਉਂਦੇ ਸਾਧੂ ਭੇਜੇ ਕਰਤਾਰ ਨੇ ਐਵੇਂ ਨਹੀਂ ਆਉਂਦੇ ਸਾਧੂ ਭੇਜੇ ਕਰਤਾਰ ਨੇ ਭੇਜੇ ਕਰਤਾਰ ਨੇ ਐਵੇਂ ਨਹੀਂ ਆਉਂਦੇ ਸਾਧੂ ਭੇਜੇ ਕਰਤਾਰ ਨੇ ਐਵੇਂ ਨਹੀਂ ਆਉਂਦੇ ਸਾਧੂ 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 ਭੇਜੇ ਕਰਤਾਰ ਨੇ 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 ਐਵੇਂ ਨਹੀਂ ਆਉਂਦੇ ਸਾਧੂ ਕਹਿੰਦੇ ਤੁਰ ਦਰਗਾਹ ਤੋਂ ਮਹਾਂਪੁਰਖਾਂ ਨੂੰ ਡਿਊਟੀ ਲੱਗਦੀ ਹੈ ਆਪ ਨਿਰੰਕਾਰ ਨੇ ਮਹਾਂਪੁਰਖਾਂ ਨੂੰ ਸਾਡੇ ਕਲਯੁਗੀ ਜੀਵਾਂ ਦਾ ਭਲਾ ਕਰਨ ਵਾਸਤੇ ਸੰਸਾਰ ਵਿੱਚ ਭੇਜਿਆ ਤੇ ਆ ਕੇ ਕਰਦੇ ਕੀ ਹੈ ਮਹਾਂਪੁਰਖ ਆਪ ਜਪੈ ਅਵਰ ਹੈ ਨਾਮ ਜਪਾਵੈ। ਜਪਾਵੈ ਉਹ ਆਪ ਜਪਦੇ ਆ ਸਾਡੇ ਕਲਯੁਗੀ ਜੀਵਾਂ ਨੂੰ ਜਪਾਉਂਦੇ ਆ ਕਿਉਂਕਿ ਆਏ ਤੇ ਗੁਰਮੁਖੋ ਸਾਰੇ ਹੀ ਅਸੀਂ ਵਣਜਾਰੇ ਬਣ ਕੇ ਆ ਜਿੰਨੇ ਵੀ ਆਏ ਆ ਸਰੀਰ ਸਾਡੇ ਜੈਸੇ ਹੀ ਆ ਮਹਾਂਪੁਰਖਾਂ ਦਾ ਵੀ ਇਸ ਕਰਕੇ ਉਹਨਾਂ ਦੀ ਮਨ ਦੀ ਅਵਸਥਾ ਹੋਰ ਆ ਸਾਡੀ ਹੋਰ ਹੈ ਸਾਡਾ ਮਨ ਜਿਹੜਾ ਹੈ ਉਹ ਹੋਰ ਪਾਸੇ ਤੁਰਿਆ ਤੇ ਮਹਾਂਪੁਰਖਾਂ ਦਾ ਮਨ ਹੋਰ ਪਾਸੇ ਹੈ ਬਸ ਸਰੀਰ ਕਰਕੇ ਇੱਕੋ ਜਿਹੇ ਦੇਖਣ ਨੂੰ ਸਾਰੇ ਇੱਕੋ ਜਿਹੇ ਲੱਗਦੇ ਆ ਆਪਾਂ ਆਏ ਵੀ ਸਾਰੇ ਅਣਜਾਰੇ ਬਣ ਕੇ ਆ ਬਣਜ ਕਰਨ ਵਾਸਤੇ ਆਏ ਆ ਸੰਸਾਰ ਵਿੱਚ ਜਿੰਨੇ ਵੀ ਕਲਯੁਗੀ ਜੀਵ ਅਸੀਂ ਆਏ ਆ ਜਿੰਨੇ ਮਹਾਂਪੁਰਖ ਭਗਤ ਸਾਧੂ ਮਹਾਤਮਾ ਜਿੰਨੇ ਆਉਂਦੇ ਆ ਪਰ ਉਹ ਵਣਜ ਦੇ ਵਿੱਚ ਫਰਕ ਹੈ ਅਸੀਂ ਸੰਸਾਰੀ ਲੋਕ ਜਿਹੜਾ ਦੁਨਿਆਵੀ ਵਸਤੂਆਂ ਦਾ ਵਪਾਰ ਕਰਦੇ ਆ ਸੰਸਾਰ ਵਿੱਚ ਆ ਕੇ ਤੇ ਵਪਾਰ ਮਹਾਂਪੁਰਖ ਵੀ ਕਰਦੇ ਆ ਵਣਜ ਮਹਾਂਪੁਰਖ ਵੀ ਕਰਦੇ ਆ ਮਹਾਂਪੁਰਖ ਪਰਮੇਸ਼ਰ ਦੇ ਨਾਮ ਦਾ ਵਣਜ ਕਰਦੇ ਆ ਕਿ ਨਹੀਂ ਬਣਜਿਆ ਕੰਸੀ ਤਾਂਬਾ ਕਿ ਨਹੀਂ ਲੌਂਗ ਸੁਪਾਰੀ ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਕਹਿੰਦੇ ਕੋਈ ਸੋਨੇ ਦਾ ਵਪਾਰ ਕਰਦਾ ਕੋਈ ਚਾਂਦੀ ਦਾ ਵਪਾਰ ਕੋਈ ਹੀਰਿਆਂ ਦਾ ਵਪਾਰ ਕਰਦਾ ਪਰ ਉਹ ਧਨ ਉਹ ਮਹਾਂਪੁਰਖ ਭਗਤ ਸਾਧੂ ਜਨ ਜਿਹੜੇ ਪਰਮੇਸ਼ਰ ਦੇ ਨਾਮ ਦਾ ਗੋਬਿੰਦ ਦੇ ਨਾਮ ਦਾ ਵਪਾਰ ਕਰਦੇ ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਫਿਰ ਉਹ ਵਪਾਰ ਕਰਕੇ ਨਾਮ ਰੂਪੀ ਧਨ ਇਕੱਠਾ ਕਰਦੇ ਆ ਕਮਾਈ ਕਰਦੇ ਆ ਬੰਦਗੀ ਕਰਦੇ ਆ ਫਿਰ ਉਹ ਧਨ ਸੰਭਾਲੇ ਕੇ ਸੰਭਾਲ ਕੇ ਰੱਖਦੇ ਆ ਫਿਰ ਉਹ ਸਾਡੇ ਕਲਯੁਗੀ ਜੀਵਾਂ ਦਾ ਭਲਾ ਕਰਦੇ ਆ ਨਾਮ ਦੇ ਨਾਲ ਫਿਰ ਉਹ ਵੰਡਦੇ ਆ ਨਾਮ ਰੂਪੀ ਧਨ ਕਿਉਂਕਿ ਐਵੇਂ ਕਿਸੇ ਦਾ ਭਲਾ ਨਹੀਂ ਕੋਈ ਸਾਧੂ ਕਰ ਸਕਦਾ ਜੇ ਬੰਦਗੀ ਨਾ ਹੋਵੇ ਕਮਾਈ ਨਾ ਹੋਵੇ ਜੇ ਕਿਸੇ ਦਾ ਭਲਾ ਕਰਨਾ ਆਪਣੀ ਬੰਦਗੀ ਦੇਣੀ ਪੈਣੀ ਹੈ ਕਮਾਈ ਦੇਣੀ ਪੈਣੀ ਹੈ ਤੇ ਐਵੇਂ ਨਹੀਂ ਤੇ ਉਹ ਬੋਝ ਪੈ ਜਾਂਦਾ ਫਿਰ ਗੁਰਮੁਖੋ ਕਿਉਂਕਿ ਅਸੀਂ ਕਲਯੁਗੀ ਜੀਵ ਅਸੀਂ ਵਚਨਾਂ ਤੇ ਪੂਰੇ ਤੇ ਉਤਰਦੇ ਨਹੀਂ ਸੁਖਣਾ ਅਸੀਂ ਸੁਖ ਲੈਂਦੇ ਆ ਪਤਾ ਨਹੀਂ ਕਿੰਨੀਆਂ ਸੁਖਣਾ ਸੁਖ ਲੈਂਦਾ ਜੀਵ ਤੇ ਜਦੋਂ ਮਨੋਰਥ ਪੂਰਾ ਹੋ ਜਾਂਦਾ ਫਿਰ ਭੁੱਲ ਜਾਂਦਾ ਸੁਖਣਾ ਵੀ ਯਾਦ ਨਹੀਂ ਰਹਿੰਦੀ ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਕਿਉਂਕਿ ਸਾਡਾ ਸੁਭਾਅ ਬਣ ਗਿਆ ਜਦੋਂ ਸਵਾਰਥ ਪੂਰਾ ਹੋ ਗਿਆ ਬਸ ਸਾਡਾ ਮੁੱਖ ਮੁੜ ਜਾਂਦਾ ਉਦੋਂ ਮਨ ਮੁੜ ਜਾਂਦਾ ਸਾਡੇ ਜੀਵਨ ਦਾ ਇਸ ਕਰਕੇ ਮਹਾਂਪੁਰਖ ਭਲਾ ਕਰਦੇ ਨੇ ਉਹਦੇ ਚ ਉਹਨਾਂ ਦਾ ਤਨ ਦਾ ਮਨ ਦਾ ਕੋਈ ਸੰਬੰਧ ਨਹੀਂ ਉਹਨਾਂ ਦਾ ਕੋਈ ਲਾਲਚ ਨਹੀਂ ਹੁੰਦਾ ਮਹਾਂਪੁਰਖਾਂ ਦਾ ਉਹਦੇ ਕਿਸੇ ਆਉਂਦੇ ਹੀ ਕਿਸੇ ਪਰਾਏ ਦੇ ਭਲੇ ਵਾਸਤੇ ਨੇ ਸੰਸਾਰ ਦੇ ਭਲੇ ਵਾਸਤੇ ਮਹਾਂਪੁਰਖ ਆਉਂਦੇ ਆ ਕਿ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ
ਸੋ ਇਸ ਕਰਕੇ ਇਹੋ ਜਿਹੇ ਮਹਾਂਪੁਰਖਾਂ ਦਾ ਸੰਸਾਰ ਵਿੱਚ ਆਉਣਾ, ਉਹ ਮਲਾਹ ਬਣ ਕੇ ਸੰਸਾਰ ਵਿੱਚ ਆਉਂਦੇ ਆ। ਜਿਵੇਂ ਇੱਕ ਦਰਿਆ ਦੇ ਕੰਢੇ ਜਾਈਏ, ਬੇੜਾ ਖੜਿਆ, ਬੇੜੀ ਖੜੀ ਹੈ, ਬੇੜੀ ਦੇ ਵਿੱਚ ਚੜ ਜਾਓ ਗੁਰਮੁਖੋ, ਦੂਜੇ ਕੰਢੇ ਤੇ ਪਹੁੰਚਣਾ ਹੋਵੇ ਨਹੀਂ ਪਹੁੰਚ ਸਕਦੇ, ਕਿਉਂਕਿ ਬੇੜੀ ਵਿੱਚ ਚੜ ਕੇ ਬੈਠ ਜਾਓ, ਜਿੰਨਾ ਚਿਰ ਮਲਾਹ ਆ ਕੇ ਚੱਪੂ ਨਾ ਮਾਰੇ ਬੇੜੀ ਅੱਗੇ ਨਹੀਂ ਤੁਰਦੀ, ਤੇ ਜਿੰਨਾ ਚਿਰ ਅੱਗੇ ਨਾ ਤੁਰੀ ਤੇ ਇੱਕ ਕਿਨਾਰੇ ਤੋਂ ਦੂਜਾ ਕਿਨਾਰਾ ਨਹੀਂ ਮਿਲ ਸਕਦਾ, ਇੱਕ ਮੰਜ਼ਿਲ ਤੋਂ ਦੂਜੀ ਮੰਜ਼ਿਲ ਨਹੀਂ ਪਹੁੰਚ ਸਕਦਾ ਜੀਵ। ਤੋ ਇਸੇ ਕਰਕੇ ਇਸੇ ਤਰ੍ਹਾਂ ਹੀ ਸਾਡੇ ਜੀਵਨ ਰੂਪੀ ਵੇੜੇ ਨੂੰ ਮਹਾਂਪੁਰਖ ਮਲਾਹ ਬਣ ਕੇ ਅੱਗੇ ਰੋੜਦੇ ਆ। ਨਾਮ ਬੇੜਾ ਸੰਤ ਮਲਾਹ, ਕਹਿੰਦੇ ਪਾਰ ਲੰਘਾਉਂਦੇ ਥਾਂ ਥਾਂ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਧੂ ਬਣ ਕੇ ਮਲਾਹ ਜਗ ਆਉਂਦੇ ਨੇ, ਦੁਨੀਆ ਦੇ ਤਾਰਨੇ ਨੂੰ। ਸਾਧੂ ਬਣ ਕੇ ਮਲਾਹ ਜਗ ਆਉਂਦੇ ਨੇ, ਦੁਨੀਆ ਦੇ ਤਾਰਨੇ ਨੂੰ। ਸਾਧੂ ਬਣ ਕੇ ਮਲਾਹ ਜਗ ਆਉਂਦੇ ਨੇ, ਦੁਨੀਆ ਦੇ ਤਾਰਨ ਨੂੰ। ਸਾਧੂ ਬਣ ਕੇ ਮਲਾਹ ਜਗ ਆਉਂਦੇ ਨੇ, ਦੁਨੀਆ ਦੇ ਤਾਰਨ ਨੂੰ। ਸਾਧੂ ਬਣ ਕੇ ਮਲਾਹ ਜਗ ਆਉਂਦੇ ਨੇ, ਦੁਨੀਆ ਦੇ ਤਾਰਨੇ ਨੂੰ। ਸਾਧੂ ਬਣ ਕੇ ਮਲਾਹ ਜਗ ਆਉਂਦੇ ਨੇ, ਦੁਨੀਆ ਦੇ ਤਾਰਨੇ ਨੂੰ। ਸਾਧੂ ਬਣ ਕੇ ਮਲਾਹ ਜਗ ਆਉਂਦੇ ਨੇ, ਦੁਨੀਆ ਦੇ ਤਾਰਨੇ ਨੂੰ। ਸਾਧੂ ਬਣ ਕੇ ਮਲਾਹ ਜਗ ਆਉਂਦੇ ਨੇ, ਦੁਨੀਆ ਦੇ ਤਾਰਨੇ ਨੂੰ। ਉਹ ਦੁਨੀਆ ਦੇ ਜੀ ਤਾਰਨੇ ਨੂੰ, ਦੁਨੀਆ ਦੇ ਜੀ ਤਾਰਨੇ ਨੂੰ। ਦੁਨੀਆ ਦੇ ਜੀ ਤਾਰਨੇ ਨੂੰ, ਦੁਨੀਆ ਦੇ ਜੀ ਤਾਰਨੇ ਨੂੰ। ਸਾਧੂ ਬਣ ਕੇ ਮਲਾਹ ਜਗ ਆਉਂਦੇ ਨੇ, ਦੁਨੀਆ ਦੇ ਤਾਰਨੇ ਨੂੰ। ਸਾਧੂ ਬਣ ਕੇ ਮਲਾਹ ਜਗ ਆਉਂਦੇ ਨੇ, ਦੁਨੀਆ ਦੇ ਤਾਰਨੇ ਨੂੰ। ਸਾਧੂ ਬਣ ਕੇ ਮਲਾਹ ਜਗ ਆਉਂਦੇ ਨੇ, ਦੁਨੀਆ ਦੇ ਤਾਰਨੇ ਨੂੰ। ਸਾਧੂ ਬਣ ਕੇ ਮਲਾਹ ਜਗ ਆਉਂਦੇ ਨੇ, ਦੁਨੀਆ ਦੇ ਤਾਰਨੇ ਨੂੰ। ਸੋ ਮਹਾਂਪੁਰਖ ਮਲਾਹ ਦਾ ਕੰਮ ਕਰਦੇ ਆ ਗੁਰਮੁਖੋ। ਇਹ ਸਾਡੇ ਕਲਯੁਗੀ ਜੀਵਾਂ ਨੂੰ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਕਰ ਦਿੰਦੇ ਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੰਸਾਰ ਰੂਪੀ ਭਵ ਸਾਗਰ ਨੂੰ ਪਾਰ ਕਰਨਾ ਹੈ, ਨਾਮ ਰੂਪੀ ਵੇੜੇ ਵਿੱਚ ਸਵਾਰ ਹੋਣਾ ਪੈਣਾ ਹੈ, ਤੇ ਸੰਤ ਰੂਪੀ ਮਲਾਹ ਦੀ ਲੋੜ ਪੈਣੀ ਹੈ। ਕੱਟੜਵਾਦ ਵਿੱਚ ਨਾ ਪਿਆ ਕਰੋ ਵੀ ਕੀ ਕਰਨ ਜਾਣਾ ਸੰਤਾਂ ਕੋਲੇ। ਅੱਜ ਕੱਲ ਇਹੋ ਜਿਹਾ ਪ੍ਰਚਾਰ ਬੜਾ ਹੈ ਵੀ ਘਰੇ ਬਹਿ ਕੇ ਨਾਮ ਜਪ ਲਿਆ ਕਰੋ, ਕੀ ਲੋੜ ਹੈ ਸਾਧੂਆਂ ਕੋਲ ਜਾਣ ਦੀ। ਸੋ ਗੁਰਮੁਖੋ ਵਿਚੋਲੇ ਦੀ ਲੋੜ ਪੈਣੀ ਹੈ। ਸੰਸਾਰ ਵਿੱਚ ਹਰ ਜਗ੍ਹਾ ਤੇ ਵਿਚੋਲੇ ਦੀ ਲੋੜ ਪੈਂਦੀ ਹੈ। ਵਿਚੋਲੇ ਤੋਂ ਬਿਨਾਂ ਗੱਲ ਨਹੀਂ ਬਣਦੀ। ਦੁਨਿਆਵੀ ਆਪਾਂ ਰਿਸ਼ਤੇ ਕਰਦੇ ਹਾਂ, ਦੁਨਿਆਵੀ ਕੋਈ ਵੀ ਕੰਮਕਾਰ ਕਰਨਾ ਹੋਵੇ, ਕਿਸੇ ਨੂੰ ਮਿਲਣਾ ਹੋਵੇ ਤੇ ਉੱਥੇ ਵੀ ਵਿਚੋਲਾ ਲੱਭਦੇ ਆਪਾਂ। ਵਿਸ਼ੇਸ਼ ਕਰਕੇ ਜੇ ਸੰਸਾਰ ਵਿੱਚ ਵਿਚੋਲੇ ਦੀ ਲੋੜ ਆ ਗੁਰਮੁਖੋ, ਤੇ ਨਿਰੰਕਾਰ ਨੂੰ ਮਿਲਣਾ ਹੈ, ਅਕਾਲ ਪੁਰਖ ਨੂੰ ਮਿਲਣਾ ਹੈ, ਪ੍ਰਮਾਤਮਾ ਨੂੰ ਮਿਲਣਾ ਹੈ, ਤੇ ਉੱਥੇ ਸਿੱਧਾ ਮਿਲਾਪ ਨਹੀਂ ਹੋਣਾ, ਉੱਥੇ ਵੀ ਵਿਚੋਲੇ ਦੀ ਲੋੜ ਪੈਣੀ ਹੈ। ਫਿਰ ਮਹਾਂਪੁਰਖ ਵਿਚੋਲੇ ਬਣਦੇ ਆ ਸਾਡੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬੇਨਤੀਆਂ ਕਰਦੇ ਆ, ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਾਹੋ ਬਕੋ ਸੁਵਰਸਨਾ, ਦੀਜਹਿ ਪ੍ਰਾਣ ਅਕੋਰ। ਸੱਚੇ ਪਾਤਸ਼ਾਹ ਵੀ ਇਹ ਬੇਨਤੀਆਂ ਕਰਦੇ ਆ, ਕੋਈ ਮੈਨੂੰ ਹਰੀ ਦਾ ਜਨ ਮਿਲੇ ਜਿਹੜਾ ਮੈਨੂੰ ਪਰਮੇਸ਼ਰ ਦੇ ਨਾਲ ਜੋੜ ਦੇਵੇਗਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਮੈਂ ਉਹਦੇ ਚਰਨਾਂ ਨੂੰ ਫੜਾਂ, ਉਹਦੇ ਚਰਨਾਂ ਦੀ ਧੂੜੀ ਬਣ ਜਾਵਾਂ, ਆਪਣੀ ਰਸਨਾ ਤੋਂ ਉਹਦੇ ਗੁਣ ਗਾਇਨ ਕਰਾਂ। ਚਰਨ ਗਾਹੋ ਬਕੋ ਸੁਵਰਸਨਾ। ਇੱਥੋਂ ਤੱਕ ਪਾਤਸ਼ਾਹ ਨੇ ਕਹਿ ਦਿੱਤਾ, ਕਹਿੰਦੇ ਮੈਂ ਆਪਣੇ ਪ੍ਰਾਣਾਂ ਦੀ ਭੇਟਾ ਵੀ ਦੇ ਦਿਆਂਗਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਚਰਨ ਗਾਹੋ ਬਕੋ ਸੁਵਰਸਨਾ, ਦੀਜਹਿ ਪ੍ਰਾਣ ਅਕੋਰ। ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਚਨ ਕਰਦੇ ਆ, ਤੇ ਅਸੀਂ ਕਹਿੰਦੇ ਵੀ ਕੀ ਲੋੜ ਆ ਸੰਤਾਂ ਕੋਲੇ ਜਾਣ ਦੀ, ਤੇ ਉਹਨਾਂ ਨੂੰ ਨਹੀਂ ਸੀ ਪਤਾ ਮਹਾਂਪੁਰਖਾਂ ਦਾ। ਇਸ ਕਰਕੇ ਸਤਿਗੁਰਾਂ ਨੇ ਕਿੰਨਾ, ਇਹ ਦੇਖੋ ਬੇਨਤੀ ਦੇ ਸ਼ਬਦ ਨੇ ਸਾਰੇ, ਇਹ ਸਾਡੇ ਕਲਯੁਗੀ ਜੀਵਨ ਨੂੰ ਸਮਝਾਉਣ ਵਾਸਤੇ। ਗੁਰਮੁਖੋ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਸੱਚੇ ਪਾਤਸ਼ਾਹ ਬੇਨਤੀਆਂ ਕਰਦੇ ਆ। ਕਹਿੰਦੇ ਕੋਈ ਆਵੇ ਇਹੋ ਜਿਹਾ ਗੁਰਮੁਖ ਮਹਾਂਪੁਰਖ ਸਾਧੂ ਮਹਾਤਮਾ ਜਿਹੜਾ ਪਰਮੇਸ਼ਰ ਨਾਲ ਮਿਲਾ ਦੇਵੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੋ ਇਸ ਕਰਕੇ ਕਹਿੰਦੇ ਮਹਾਂਪੁਰਖਾਂ ਦਾ ਜੇ ਮਿਲਾਪ ਹੋ ਗਿਆ ਨਾ, ਸਮਝੋ ਪਰਮੇਸ਼ਰ ਦਾ ਮਿਲਾਪ ਹੋ ਗਿਆ। ਜੇ ਬੰਦਗੀ ਵਾਲਾ ਹੋਵੇ, ਕਮਾਈ ਵਾਲਾ ਕੋਈ ਸਾਧੂ ਹੋਵੇ, ਸਾਧੂ ਕੌਣ ਆ? ਗੁਰਮੁਖੋ ਜੀ ਨੇ ਮਨ ਨੂੰ ਸਾਧ ਲਿਆ। ਕੋਈ ਬਾਣਾ ਪਾ ਕੇ, ਕੋਈ ਸਰੀਰ ਕਰਕੇ ਕੋਈ ਸਾਧੂ ਨਹੀਂ ਹੈ। ਸਾਧੂ ਉਹ ਹੈ ਜਿਹਨੇ ਸਾਧਨਾ ਕਰ ਲਈ, ਮਨ ਨੂੰ ਸਾਧ ਲਿਆ, ਸਵਾਸ ਸਵਾਸ ਸਿਮਰਨ ਕਰ ਲਿਆ ਜੀ ਦਾ। ਇਹ ਪਾਵਨ ਬਾਣੀ ਦਾ ਫੈਸਲਾ ਸੱਚੇ ਪਾਤਸ਼ਾਹ ਫੈਸਲਾ ਕਰਦੇ ਆ, ਜਿਨ੍ਹਾਂ ਸਾਸ ਗਿਰਾਸ ਨਾ ਬਿਸਰੈ ਹਰਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਕਹਿੰਦੇ ਜਿਨ੍ਹਾਂ ਦਾ ਰੋਮ ਰੋਮ ਪਰਮੇਸ਼ਰ ਦਾ ਨਾਮ ਜਪਦਾ ਉਹ ਸੰਤ ਹੈ। ਗੱਜ ਕੇ ਆਖੋ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਰੋਮ ਰੋਮ ਹਰਿ ਧਿਆਵੈ ਗੁਰਮੁਖ ਵਾਹਿਗੁਰੂ, ਰੋਮ ਰੋਮ ਹਰਿ ਧਿਆਵੈ ਗੁਰਮੁਖ ਵਾਹਿਗੁਰੂ। ਰੋਮ ਰੋਮ ਹਰਿ ਧਿਆਵੈ ਗੁਰਮੁਖ ਵਾਹਿਗੁਰੂ, ਰੋਮ ਰੋਮ ਹਰਿ ਧਿਆਵੈ ਗੁਰਮੁਖ ਵਾਹਿਗੁਰੂ। ਰੋਮ ਰੋਮ ਹਰਿ ਧਿਆਵੈ ਗੁਰਮੁਖ ਵਾਹਿਗੁਰੂ, ਰੋਮ ਰੋਮ ਹਰਿ ਧਿਆਵੈ ਗੁਰਮੁਖ ਵਾਹਿਗੁਰੂ। ਰੋਮ ਰੋਮ ਹਰਿ ਧਿਆਵੈ ਗੁਰਮੁਖ ਵਾਹਿਗੁਰੂ, ਰੋਮ ਰੋਮ ਹਰਿ ਧਿਆਵੈ ਗੁਰਮੁਖ ਵਾਹਿਗੁਰੂ। ਰੋਮ ਰੋਮ ਹਰਿ ਧਿਆਵੈ ਗੁਰਮੁਖ ਵਾਹਿਗੁਰੂ, ਰੋਮ ਰੋਮ ਹਰਿ ਧਿਆਵੈ ਗੁਰਮੁਖ ਵਾਹਿਗੁਰੂ। ਰੋਮ ਰੋਮ ਹਰਿ ਧਿਆਵੈ ਗੁਰਮੁਖ ਵਾਹਿਗੁਰੂ, ਰੋਮ ਰੋਮ ਹਰਿ ਧਿਆਵੈ ਗੁਰਮੁਖ ਵਾਹਿਗੁਰੂ। ਜਿਨ ਸਾਸ ਗਿਰਾਸ ਨਾ ਬਿਸਰੈ ਹਰਨਾਮਾ ਮਨ ਮੰਤ, ਧਨ ਸਈ ਨਾਨਕਾ ਪੂਰਨ ਸੋਈ ਸੰਤ। ਜਿਨ ਸਾਸ ਗਿਰਾਸ ਨਾ ਬਿਸਰੈ, ਇੱਕ ਇੱਕ ਸਵਾਸ ਨਹੀਂ ਬਿਸਰਦਾ ਜਿਨ੍ਹਾਂ ਨੂੰ ਪਰਮਾਤਮਾ ਨੂੰ ਧਿਆਉਂਦੇ ਨੇ, ਯਾਦ ਕਰਦੇ ਨੇ। ਹੁਣ ਕਈ ਇਹ ਵੀ ਸੋਚਦੇ ਆ ਵੀ ਲੋ ਸਾਸ ਸਵਾਸ ਸਵਾਸ ਕਿਵੇਂ ਸਿਮਰਨ ਹੋ ਸਕਦਾ, ਕਿਵੇਂ ਨਾਮ ਜਪਿਆ ਜਾ ਸਕਦਾ। ਗੁਰਮੁਖੋ ਉਹਨਾਂ ਦੀ ਆਤਮਾ ਪਰਮਾਤਮਾ ਦਾ ਮਿਲਾਪ ਹੋ ਜਾਂਦਾ, ਕੋਈ ਭੇਦ ਨਹੀਂ ਰਹਿੰਦਾ। ਉਹ ਭੇਦ ਹੋ ਜਾਂਦੇ ਨੇ ਪਰਮਾਤਮਾ ਦੇ ਵਿੱਚ। ਸਾਧੂ ਕਮਾਈ ਕਰਕੇ, ਬੰਦਗੀ ਕਰਕੇ, ਫਿਰ ਇਹ ਜਿਹੜੀ ਖਾਣ ਦੀ, ਆਰਾਮ ਕਰਨ ਦੀ ਪ੍ਰਕਿਰਿਆ, ਜਿਹੜੀ ਖਾਣਾ ਭੋਜਨ ਛਕਣ ਦੀ ਪ੍ਰਕਿਰਿਆ, ਤੇ ਤਨ ਦੀ ਪ੍ਰਕਿਰਿਆ ਰਹਿ ਜਾਂਦੀ ਹੈ। ਇਹ ਤੇ ਤਨ ਕਰਦਾ, ਆਰਾਮ ਵੀ ਤਨ ਕਰਦਾ, ਪ੍ਰਸ਼ਾਦਾ ਵੀ ਤਨ ਛਕ ਰਿਹਾ, ਬੋਲ ਵੀ ਤਨ ਰਿਹਾ, ਤੇ ਰੋਮ ਰੋਮ ਕੀ ਆ? ਕਹਿੰਦੇ ਉਹਨਾਂ ਦਾ ਮਨ ਤੇ 24 ਘੰਟੇ ਪਰਮੇਸ਼ਰ ਦੇ ਸਿਮਰਨ ਵਿੱਚ ਲੱਗਿਆ ਰਹਿੰਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। 350 ਕਰੋੜ ਰੋਮ ਆ ਸਾਡੇ ਸਰੀਰ ਦਾ। ਕਹਿੰਦੇ ਇੱਕ ਇੱਕ ਰੋਮ ਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ, ਸਿਮਰਨ ਦੀ ਆਵਾਜ਼ ਆਉਂਦੀ ਹੈ। ਜਿਹੜੇ ਬੰਦਗੀ ਵਾਲੇ, ਜਿਹੜੇ ਤਪ ਕਰਨ ਵਾਲੇ ਮਹਾਂਪੁਰਖ ਹੈ, ਜਿਹੜੇ ਸਾਧਨਾ ਕਰਦੇ ਹੈ, ਇਸ ਕਰਕੇ ਕਹਿੰਦੇ ਉਹਦੇ ਤਨ ਦੀ ਪ੍ਰਕਿਰਿਆ ਹੈ। ਜੇ ਸਾਧੂ ਬੋਲਦੇ ਆ, ਤਨ ਬੋਲ ਰਿਹਾ, ਪਰ ਮਨ ਉਹਨਾਂ ਦਾ ਉਹ ਲਿਵ ਲੱਗੀ ਹੈ, ਅੰਦਰ ਉਹ ਸਿਮਰਨ ਚੱਲਦਾ ਉਹਨਾਂ ਦਾ, ਸਵਾਸ ਸਵਾਸ।
ਸੋ ਉਹਨਾਂ ਦੀ ਬਾਬਤ ਹੀ ਕੀ ਹੈ, ਕਹਿੰਦੇ ਰੋਮ ਰੋਮ ਹਰਿ ਧਿਆਵੈ ਗੁਰਮੁਖ ਵਾਹਿਗੁਰੂ। ਸੋ ਇਸ ਕਰਕੇ ਇਹੋ ਜਿਹੇ ਮਹਾਂਪੁਰਖਾਂ ਦਾ ਜੀਵਨ ਵਿੱਚ ਮਿਲਾਪ ਹੋ ਗਿਆ ਤੇ ਸਮਝੋ ਪਰਮੇਸ਼ਰ ਦਾ ਮਿਲਾਪ ਹੋ ਗਿਆ, ਰੱਬ ਦਾ ਮਿਲਾਪ ਹੋ ਗਿਆ। ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਉਹ ਸਾਧੂ ਮਿਲਿਆ ਤੋ ਰੱਬ ਮਿਲ ਜਾਵੇ, ਸਾਧੂ ਨੇ ਵਿਚੋਲੇ ਰੱਬ ਦੇ, ਸਾਧੂ ਮਿਲਿਆ ਤੋ ਰੱਬ ਮਿਲ ਜਾਵੇ, ਸਾਧੂ ਨੇ ਵਿਚੋਲੇ ਰੱਬ ਦੇ। ਸਾਧੂ ਮਿਲਿਆ ਤੋ ਰੱਬ ਮਿਲ ਜਾਵੇ, ਸਾਧੂ ਨੇ ਵਿਚੋਲੇ ਰੱਬ ਦੇ, ਸਾਧੂ ਮਿਲਿਆ ਤੋ ਰੱਬ ਮਿਲ ਜਾਵੇ, ਸਾਧੂ ਨੇ ਵਿਚੋਲੇ ਰੱਬ ਦੇ। ਸਾਧੂ ਮਿਲਿਆ ਤੋ ਰੱਬ ਮਿਲ ਜਾਵੇ, ਸਾਧੂ ਨੇ ਵਿਚੋਲੇ ਰੱਬ ਦੇ, ਸਾਧੂ ਮਿਲਿਆ ਤੋ ਰੱਬ ਮਿਲ ਜਾਵੇ, ਸਾਧੂ ਨੇ ਵਿਚੋਲੇ ਰੱਬ ਦੇ। ਸਾਧੂ ਮਿਲਿਆ ਤੋ ਰੱਬ ਮਿਲ ਜਾਵੇ, ਵਿਚੋਲੇ ਰੱਬ ਦੇ, ਸਾਧੂ ਮਿਲਿਆ ਤੋ ਰੱਬ ਮਿਲ ਜਾਵੇ, ਵਿਚੋਲੇ ਰੱਬ ਦੇ। ਸਾਧੂ ਮਿਲਿਆ ਤੋ ਰੱਬ ਮਿਲ ਜਾਵੇ, ਸਾਧੂ ਨੇ ਵਿਚੋਲੇ ਰੱਬ ਦੇ, ਸਾਧੂ ਮਿਲਿਆ ਤੋ ਰੱਬ ਮਿਲ ਜਾਵੇ, ਸਾਧੂ ਨੇ ਵਿਚੋਲੇ ਰੱਬ ਦੇ। ਉਹ ਸਾਧੂ ਨੇ ਜੀ ਵਿਚੋਲੇ ਰੱਬ ਦੇ, ਸਾਧੂ ਨੇ ਜੀ ਵਿਚੋਲੇ ਰੱਬ ਦੇ। ਸਾਧੂ ਨੇ ਜੀ ਵਿਚੋਲੇ ਰੱਬ ਦੇ। ਉਹ ਸਾਧੂ ਮਿਲਿਆ ਤੋ ਰੱਬ ਮਿਲ ਜਾਵੇ, ਰੱਬ ਮਿਲ ਜਾਵੇ, ਸਾਧੂ ਨੇ ਵਿਚੋਲੇ ਰੱਬ ਦੇ, ਸਾਧੂ ਮਿਲਿਆ ਤੋ ਰੱਬ ਮਿਲ ਜਾਵੇ, ਸਾਧੂ ਨੇ ਵਿਚੋਲੇ ਰੱਬ ਦੇ। ਸਾਧੂ ਮਿਲਿਆ ਤੋ ਰੱਬ ਮਿਲ ਜਾਵੇ, ਸਾਧੂ ਨੇ ਵਿਚੋਲੇ ਰੱਬ ਦੇ, ਸਾਧੂ ਮਿਲਿਆ ਤੋ ਰੱਬ ਮਿਲ ਜਾਵੇ, ਸਾਧੂ ਨੇ ਵਿਚੋਲੇ ਰੱਬ ਦੇ। ਜੀਵਨ ਵਿੱਚ ਮਹਾਂਪੁਰਖਾਂ ਦੀ ਸੰਗਤ ਮਿਲ ਗਈ, ਮਿਲਾਪ ਹੋ ਗਿਆ, ਇਸ ਤੋਂ ਵੱਡੇ ਭਾਗ ਕੋਈ ਨਹੀਂ ਗੁਰਮੁਖੋ। ਕਿਉਂਕਿ ਸੰਗਤ ਵਿੱਚੋਂ ਹੀ ਸਭ ਕੁਝ ਲੱਭਣਾ, ਸਾਧੂ ਦੀ ਸੰਗਤ ਵਿੱਚੋਂ ਹੀ ਮਿਲਣਾ ਸਾਰਾ ਕੁਝ। ਕੋਈ ਝੋਲੀਆਂ ਭਰ ਕੇ ਨਹੀਂ ਕੋਈ ਦੇਣਾ, ਸਾਧੂ ਨੇ ਦੇਣਾ ਬਾਣੀ ਦੇ ਨਾਲ ਨਾਮ ਜਪਾ ਕੇ ਦੇਣਾ, ਸੇਵਾ ਕਰਾ ਕੇ ਦੇਣਾ, ਸਿਮਰਨ ਕਰਾ ਕੇ ਹੀ ਦੇਣਾ। ਵਚਨ ਮੰਨਣਾ ਪੈਣਾ ਗੁਰਮੁਖੋ। ਜੇ ਵਚਨ ਹੀ ਨਾ ਮੰਨਿਆ ਤੇ ਫਿਰ ਤੇ ਗੱਲ ਹੀ ਕੋਈ ਨਹੀਂ। ਜੇ ਹੁਣ ਅਸੀਂ ਕੋਈ ਮਰੀਜ਼ ਹੈ, ਬਿਮਾਰ ਹੈ, ਡਾਕਟਰ ਕੋਲ ਜਾਂਦਾ ਹੈ ਤੇ ਦਵਾਈ ਵੀ ਲੈ ਲਈ, ਹੁਣ ਦਵਾਈ ਦੇ ਕੇ ਡਾਕਟਰ ਪਰਹੇਜ਼ ਦੱਸਦਾ ਜ਼ਰੂਰ ਵੀ ਭਾਈ ਆਹ ਨਹੀਂ ਖਾਣਾ, ਤੂੰ ਆਹ ਨਹੀਂ ਕਰਨਾ। ਹੁਣ ਗੁਰਮੁਖੋ ਜੇ ਪਰਹੇਜ਼ ਨਾ ਰੱਖਿਆ, ਡਾਕਟਰ ਦਾ ਗੱਲ ਨਾ ਮੰਨੀ, ਵਚਨ ਨਾ ਮੰਨਿਆ, ਫਿਰ ਦਵਾਈ ਖਾਧੀ ਨਾ ਖਾਧੀ, ਇਲਾਜ ਤੇ ਹੋਣਾ ਹੀ ਨਹੀਂ। ਕੋਈ ਫਾਇਦਾ ਹੁੰਦਾ? ਫਿਰ ਕੋਈ ਫਾਇਦਾ ਨਹੀਂ ਹੋਣਾ। ਇਸੇ ਕਰਕੇ ਅਸੀਂ ਦੁਖੀ, ਜਿੰਨੇ ਅਸੀਂ ਸੰਸਾਰੀ ਲੋਕ ਆ, ਸਾਨੂੰ ਬਹੁਤ ਦੁੱਖ ਹੈ ਦੁਨੀਆ ਦੇ ਵਿੱਚ। ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਸਾਰਿਆਂ ਨੂੰ ਦੁੱਖ ਹੈ। ਫਿਰ ਅਸੀਂ ਮਹਾਂਪੁਰਖਾਂ ਕੋਲ ਜਾਈਦਾ ਦੁੱਖ ਦੱਸਣ ਵਾਸਤੇ, ਦੁੱਖ ਕਟਾਉਣ ਵਾਸਤੇ। ਹੁਣ ਗੁਰਮੁਖ ਮਹਾਂਪੁਰਖਾਂ ਕੋਲ ਜਾਈਦਾ ਜਦੋਂ, ਤੇ ਮਹਾਂਪੁਰਖ ਵੀ ਭਲਾ ਕਰ ਦਿੰਦੇ ਨੇ, ਨਾਲ ਪਰਹੇਜ਼ ਦੱਸਦੇ ਆ। ਜਿਵੇਂ ਡਾਕਟਰ ਦਵਾਈ ਦੇ ਕੇ ਪਰਹੇਜ਼ ਦੱਸਦਾ ਨਾ, ਉਹ ਮਹਾਂਪੁਰਖ ਵੀ ਸਾਧੂ ਵੀ ਪਰਹੇਜ਼ ਦੱਸਦੇ ਆ। ਨਾਮ ਦੀ ਦਵਾਈ ਵੀ ਦੇ ਦੇਣੀ ਤੇ ਨਾਲ ਪਰਹੇਜ਼ ਵੀ ਦੱਸਣਾ ਵੀ ਲੈ ਭਾਈ ਅੱਜ ਤੋਂ ਬਾਅਦ ਕਿਸੇ ਦਾ ਮਾੜਾ ਨਾ ਕਰੀ, ਨਾ ਸੋਚੀ।
ਅੰਮ੍ਰਿਤ ਵੇਲਾ ਸੰਭਾਲੀ, ਬਾਣੀ ਪੜ੍ਹੀ, ਨਿਤਨੇਮ ਕਰੀ, ਸਿਮਰਨ ਕਰੀ, ਚੋਰੀ ਨਹੀਂ ਕਰਨੀ, ਠੱਗੀ ਨਹੀਂ ਮਾਰਨੀ, ਝੂਠ ਨਹੀਂ ਬੋਲਣਾ। ਇਹ ਮਹਾਂਪੁਰਖ ਪਰਹੇਜ ਦੱਸਦੇ ਆ। ਹੁਣ ਗੁਰਮੁਖ ਬਚਨ ਤੇ ਕਰਾ ਲਿਆ ਪਰ ਪਰਹੇਜ ਰੱਖਿਆ ਨਹੀਂ, ਇਲਾਜ ਕਿੱਥੋਂ ਹੋਣਾ? ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਨਾ ਅੰਮ੍ਰਿਤ ਵੇਲਾ, ਨਾ ਬਾਣੀ, ਨਾ ਨਿਤਨੇਮ, ਨਾ ਸੇਵਾ, ਨਾ ਸਿਮਰਨ, ਨਾ ਮਨ ਚੋਂ ਈਰਖਾ ਜਾਣੀ, ਨਾ ਮੈਲ ਜਾਣੀ, ਮਨ ਚੋਂ ਵੈਰ ਵਿਰੋਧ ਤੇ ਉਨੀ ਦਿਨੋਂ ਦਿਨ ਵੱਧਦਾ ਜਾਂਦਾ। ਸੋ ਇਸ ਕਰਕੇ ਸਾਡਾ ਭਲਾ ਨਹੀਂ ਹੋਣਾ, ਇਸੇ ਕਰਕੇ ਨਹੀਂ ਸਾਡਾ ਭਲਾ ਹੋ ਰਿਹਾ। ਜੇ ਕੋ ਬਚਨ ਕਮਾਵੇ ਸੰਤਨ ਕਾ, ਗੁਰ ਪ੍ਰਸਾਦੀ ਤਰੀਐ। ਕਹਿੰਦੇ ਜਿਨ੍ਹਾਂ ਨੇ ਕਮਾ ਲਿਆ ਉਹ ਤੇ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਕਹਿੰਦੇ ਇਹ ਦੁਨੀਆ ਦੇ ਪਦਾਰਥਾਂ ਦੀ ਤਾਂ ਘਾਟ ਹੀ ਕੋਈ ਨਹੀਂ ਰਹਿੰਦੀ। ਬਚਨ ਕਮਾ ਕੇ ਤੇ ਦੇਖ, ਮੰਨ ਕੇ ਤੇ ਦੇਖ, ਕਰਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਜਿਨ੍ਹਾਂ ਦੀ ਆਪਾਂ ਯਾਦ ਮਨਾ ਰਹੇ ਹਾਂ ਨਾ, ਉਹ ਇੰਨੇ ਬੇਪਰਵਾਹ ਸਾਧੂ ਸੀ, ਪਰਵਾਹ ਨਹੀਂ ਸੀ ਕਰਦੇ। ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ, ਰਾਜੇ ਮਹਾਰਾਜਿਆਂ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ, ਦੁਨੀਆ ਦੀ ਪਰਵਾਹ ਨਹੀਂ ਕਰਦੇ। ਫਕੀਰ ਨੇ ਜਿਹੜੇ, ਉਹਨਾਂ ਨੇ ਦੁਨੀਆ ਤੋਂ ਲੈਣਾ ਕੀ ਹੈ? ਉਹਨਾਂ ਤੇ ਸਿੱਧੀ ਰੱਬ ਨਾਲ ਜਾਰੀ ਹੈ, ਉਹਨਾਂ ਨੇ ਸੰਸਾਰ ਤੋਂ ਕੀ ਲੈਣਾ? ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੰਸਾਰ ਦੇ ਵੀ ਕੀ ਸਕਦਾ, ਦੁਨੀਆ ਦੇ ਵੀ ਕੀ ਸਕਦੀ ਹੈ। ਸਾਧੂ ਨੂੰ ਕੋਈ ਮਾਇਆ ਦੇ ਕੇ ਨਹੀਂ, ਕੋਈ ਕਮਾਈ ਵਾਲੇ ਬੰਦਗੀ ਵਾਲੇ ਸਾਧੂ ਨੂੰ ਮਾਇਆ ਦੇ ਨਾਲ ਨਹੀਂ ਕੋਈ ਖਰੀਦ ਸਕਦਾ। ਜੇ ਕੋਈ ਕਹੇ ਵੀ ਮੈਂ ਬਹੁਤੀ ਮਾਇਆ ਦੇ ਕੇ ਮਹਾਂਪੁਰਖਾਂ ਨੂੰ ਖੁਸ਼ੀ ਲੈ ਲਾ, ਮਹਾਂਪੁਰਖਾਂ ਦੀ ਸਤਿਗੁਰਾਂ ਦੀ ਖੁਸ਼ੀ ਲੈ ਲਾ, ਨਹੀਂ ਗੁਰਮੁਖੋ, ਮਾਇਆ ਦੇ ਭੁੱਖੇ ਨਹੀਂ, ਸਾਧੂ ਤੇ ਪ੍ਰੇਮ ਦੇ ਭੁੱਖੇ ਹੈ। ਮਹਾਂਪੁਰਖ ਦੇ ਪ੍ਰੇਮ ਦੇ ਵੱਧੇ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਵੇਂ ਪਰਮਾਤਮਾ ਪ੍ਰੇਮ ਦਾ ਭੁੱਖਾ, ਮਹਾਂਪੁਰਖ ਵੀ ਪ੍ਰੇਮ ਦੇ ਭੁੱਖੇ ਆ, ਸਾਧੂ ਵੀ ਪ੍ਰੇਮ ਦੇ ਭੁੱਖੇ ਆ। ਮਾਇਆ ਤੇ ਉਹਨਾਂ ਦੇ ਪਿੱਛੇ ਦੌੜਦੀ ਹੈ, ਚਰਨਾਂ ਦੀ ਦਾਸੀ ਹੈ ਮਾਇਆ ਤੇ। 9 ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰ, ਜੋ ਹਰ ਹਿਰਦਾ ਨਾਮ ਵਸਾਏ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਰਿੱਧੀਆਂ ਸਿੱਧੀਆਂ ਉੱਤੇ ਗੋਲੀਆਂ ਬਣਦੀਆਂ, ਗੋਲੀਆਂ ਹੱਥ ਜੋੜ ਕੇ ਖੜਦੀਆਂ, ਆ ਕੇ ਦੱਸੋ ਸਾਡੇ ਲਈ ਕੋਈ ਸੇਵਾ, ਸਾਨੂੰ ਸੇਵਾ ਲਾ ਦਿਓ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰਿੱਧ ਸਿੱਧ ਜੀ ਹੋਣ ਗੋਲੀਆਂ, ਰਿੱਧ ਸਿੱਧ ਜੀ ਹੋਣ ਗੋਲੀਆਂ, ਪਿੱਛਾ ਲੱਗੀਆਂ ਫਿਰ। ਕਹਿੰਦੇ ਰੀਧੀਆਂ ਸਿੱਧੀਆਂ ਤੇ ਨਾਮ ਜਪਣ ਵਾਲਿਆਂ ਦੇ ਪਿੱਛੇ ਫਿਰਦੀਆਂ, ਹੱਥ ਜੋੜ ਕੇ ਕੱਢਦੀਆਂ, ਆ ਕੇ ਬੇਨਤੀ ਕਰਦੀਆਂ ਸਾਨੂੰ ਸੇਵਾ ਦੱਸੋ। ਇਸ ਕਰਕੇ ਕਹਿੰਦੇ ਮਾਇਆ ਤੇ ਉਹਨਾਂ ਦੇ ਚਰਨਾਂ ਦੀ ਦਾਸੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਐਵੇਂ ਅੱਡੀਆਂ ਬਿਲਡਿੰਗਾਂ ਬਣ ਜਾਂਦੀਆਂ, ਐਡੇ ਕਾਰਜ
ਅਸੀਂ ਘਰ ਦਾ ਇੱਕ ਕਮਰਾ ਬਣਾਉਣਾ ਹੋਵੇ ਗੁਰਮੁਖ ਔਖਾ ਹੋ ਜਾਂਦਾ, ਕਈ ਸਾਲ ਸਕੀਮਾਂ ਕਰਦੀਆਂ ਲੰਘ ਜਾਂਦੇ ਆ। ਪਰ ਧੰਨ ਉਹ ਮਹਾਂਪੁਰਖ ਪਤਾ ਨਹੀਂ ਕਿੱਡੇ ਕਿੱਡੇ ਸਥਾਨ ਬਣਾ ਦੇਣੇ, ਹਸਪੀਟਲ ਬਣਾ ਦੇਣੇ, ਕਾਲਜ ਯੂਨੀਵਰਸਿਟੀਆਂ ਬਣਾ ਦੇਣੀਆਂ। ਮਹਾਂਪੁਰਖਾਂ ਨੇ ਕਿੱਡੇ ਪਰਉਪਕਾਰ ਕੀਤੇ ਆ ਔਰ ਬੇਪਰਵਾਹ ਸਾਧੂ ਹੋਏ ਆ ਗੁਰਮੁਖ। ਬੇਪਰਵਾਹ ਨੇ ਪਰਵਾਹ ਨਹੀਂ ਕੀਤੀ ਕਿਸੇ ਦੀ। ਹੁਣ ਜਾਰਜ ਪੰਚਮ ਰਾਜਾ, ਦੇਸ਼ ਦਾ ਰਾਜਾ ਹੋਇਆ ਜਾਰਜ ਪੰਚਮ। ਗੁਰਮੁਖੋਂ ਨੇ ਦਿੱਲੀ ਬੈਠ ਕੇ ਹੁਕਮ ਕੀਤਾ ਵੀ ਸਾਰੇ ਧਰਮਾਂ ਦੇ ਜਿਹੜੇ ਗ੍ਰੰਥ ਨੇ, ਜਿਹੜੇ ਆਪੋ ਆਪਣੇ ਧਰਮਾਂ ਦੇ, ਉਹ ਸਾਰੇ ਇੱਥੇ ਦਿੱਲੀ ਲੈ ਕੇ ਆਓ, ਆਪਣੇ ਧਰਮਾਂ ਬਾਰੇ ਜਾਣਕਾਰੀ ਦਿਓ। ਉਹਨੇ ਸਾਰਿਆਂ ਨੂੰ ਸੁਨੇਹਾ ਭੇਜਿਆ ਜਿੰਨੇ ਵੀ ਧਰਮ ਨੇ, ਜਾਰਜ ਪੰਚਮ ਨੇ। ਹੁਣ ਦਿੱਲੀ ਬੈਠਾ ਰਾਜਾ ਸੀ, ਹੁਕਮ ਚੱਲਦਾ ਸੀ ਉਹਦਾ, ਸਾਰੇ ਹੁਕਮ ਪਹੁੰਚਿਆ। ਤੇ ਜਦੋਂ ਇਹ ਪੰਜਾਬ ਦੀ ਧਰਤੀ ਤੇ ਵੀ ਸੁਨੇਹਾ ਮਿਲਿਆ ਕਿ ਸਾਰਿਆਂ ਨੇ ਆਪੋ ਆਪਣੇ ਧਰਮਾਂ ਦੇ ਗ੍ਰੰਥ ਨੇ ਜਿਹੜੇ ਉਹ ਲੈ ਕੇ ਜਾਣੇ ਆ ਤੇ ਆਪੋ ਆਪਣੇ ਧਰਮਾਂ ਬਾਰੇ ਜਾਣਕਾਰੀ ਦੇਣੀ ਹੈ। ਤੇ ਇਧਰੋਂ ਦੇਖਿਆ ਸਾਰਿਆਂ ਨੇ ਵੀ ਮੌਕੇ ਦੇ ਕਮਾਈ ਵਾਲੇ ਮਹਾਂਪੁਰਖ ਵਿਦਵਾਨ ਕੌਣ ਹੈ, ਤੇ ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਡਿਊਟੀ ਲੱਗੀ, ਕਿਉਂਕਿ ਉਹਨਾਂ ਤੋਂ ਵੱਡਾ ਵਿਦਵਾਨ ਕੋਈ ਨਹੀਂ ਸੀ, ਉਹਨਾਂ ਤੋਂ ਵੱਧ ਬੰਦਗੀ ਕਿਸੇ ਦੀ ਨਹੀਂ ਸੀ, ਕਮਾਈ ਕਿਸੇ ਦੀ ਨਹੀਂ ਸੀ ਇੱਥੇ। ਤੋ ਸਭ ਤੋਂ ਪਹਿਲਾਂ ਉਹਨਾਂ ਦੀ ਡਿਊਟੀ ਲੱਗੀ ਤੇ ਮਹਾਂਪੁਰਖਾਂ ਨੇ ਸੰਗਤਾਂ ਦਾ ਵਚਨ ਮੰਨਿਆ, ਹਾਥੀ ਨੂੰ ਤਿਆਰ ਕੀਤਾ ਗੁਰਮੁਖੋ। ਹਾਥੀ ਨੂੰ ਸੁੰਦਰ ਪਾਲਕੀ ਉੱਤੇ ਸਜਾਈ ਤੇ ਪਾਵਨ ਸਰੂਪ ਪਾਲਕੀ ਸਾਹਿਬ ਵਿੱਚ ਤਿਆਰ ਕਰਕੇ ਸਜਾਏ ਗਏ ਤੇ ਆਪ ਹਾਥੀ ਤੇ ਨਾਲ ਬਹਿ ਕੇ ਸਤਿਗੁਰੂ ਦਾ ਸਰੂਪ ਨਾਲ ਲਿਆ ਤੇ ਮਹਾਂਪੁਰਖਾਂ ਨੇ ਦਿੱਲੀ ਵੱਲ ਚਾਲੇ ਪਾ ਦਿੱਤੇ। ਸੰਗਤਾਂ ਨਾਲ ਹੈ, ਪੰਜ ਪਿਆਰੇ ਨਾਲ ਹੈ, ਨਗਰ ਕੀਰਤਨ ਦੇ ਰੂਪ ਵਿੱਚ ਮਹਾਂਪੁਰਖ ਜਾਂਦੇ ਹੈ। ਤੇ ਹੁਣ ਜਦੋਂ ਦਿੱਲੀ ਪਹੁੰਚੇ ਨਾ, ਅੱਗੇ ਜਾਰਜ ਪੰਚਮ ਦਾ ਦਰਬਾਰ ਲੱਗੇ ਹੈ। ਹੁਣ ਸਾਰੇ ਧਰਮਾਂ ਦੇ ਜਿਹੜੇ ਵੀ ਆਗੂ ਸੀ, ਜਿੰਨੇ ਵੀ ਬਹੁਤ ਵਾਰ ਸੀ ਆ ਰਹੇ ਸੀ, ਉਹ ਰਾਜੇ ਨੂੰ ਨਮਸਕਾਰ ਕਰਨੀ, ਸਾਰਿਆਂ ਨੇ ਆ ਕੇ ਫਤਿਹ ਬੁਲਾਉਣੀ। ਤੇ ਹੁਣ ਇੰਨੀ ਠਾਠ ਬਾਠ ਨਾਲ ਕੋਈ ਨਹੀਂ ਆਇਆ, ਉਹਦੇ ਆਪੋ ਆਪਣੇ ਗ੍ਰੰਥ ਹੀ ਚੁੱਕੀ ਆਉਂਦੇ ਸੀ। ਕੱਲਾ ਬੰਦਾ ਤੁਰਿਆ ਆਉਂਦਾ, ਕੋਈ ਦੋ ਬੰਦੇ ਤੁਰੇ ਆਉਂਦੇ। ਆਪਾਂ ਦੇਖਦੇ ਹੀ ਬਾਕੀ ਧਰਮਾਂ ਵਾਲਿਆਂ ਦਾ ਕਿੰਨਾ ਕੁ ਸਤਿਕਾਰ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਜਾਣਾ ਹੋਵੇ, ਪਾਲਕੀ ਸਾਹਿਬ ਤਿਆਰ ਕੀਤੀ ਜਾਂਦੀ ਹੈ, ਪੰਜ ਪਿਆਰੇ ਤਿਆਰ ਹੁੰਦੇ ਨੇ ਤੇ ਸੰਗਤਾਂ ਰਸਤੇ ਵਿੱਚ ਕਿੰਨਾ ਸਵਾਗਤ ਕਰਦੀਆਂ। ਨਗਰ ਕੀਰਤਨ ਨਿਕਲਦੇ ਆਪਾਂ ਦੇਖਦੇ ਹਾਂ ਕਿੰਨੀ ਫੁੱਲਾਂ ਦੀ ਵਰਖਾ, ਥੱਲੇ ਫੁੱਲ ਵਿਛਾਈ ਜਾਂਦੇ ਨੇ, ਸੇਜ ਵਿਛਾਈ ਜਾਂਦੀ ਹੈ ਫੁੱਲਾਂ ਦੀ। ਆਪੋ ਆਪਣੀ ਸ਼ਰਧਾ ਮੁਤਾਬਕ ਸਤਿਕਾਰ ਕੀਤੀਆਂ ਸੰਗਤਾਂ। ਤੇ ਹੁਣ ਜਾਰਜ ਪੰਚਮ ਦਾ ਦਰਬਾਰ ਲੱਗੇ, ਸੰਤ ਮਹਾਰਾਜ ਪਹੁੰਚੇ ਹੈ ਤੇ ਸਾਰਿਆਂ ਦੀਆਂ ਅੱਖਾਂ ਡੱਡੀਆਂ ਰਹਿ ਗਈਆਂ। ਉਹ ਦੇਖਦੇ ਆ ਵੀ ਇਹ ਕੌਣ ਆ ਰਿਹਾ ਹੈ, ਇਹ ਕੌਣ ਹੈ। ਹਾਥੀ ਤਿਆਰ ਕੀਤਾ ਸਜਾ ਕੇ ਪੂਰਾ, ਪਾਲਕੀ ਸਾਹਿਬ ਉੱਤੇ ਰੱਖੀ ਹੈ, ਪ੍ਰਕਾਸ਼ ਸਤਿਗੁਰਾਂ ਦਾ ਸਰੂਪ ਨਾਲ ਹੈ। ਤੇ ਮਹਾਂਪੁਰਖਾਂ ਨੇ ਕਹਿੰਦੇ ਜਦੋਂ ਜਾਰਜ ਪੰਚਮ ਦੇ ਦਰਬਾਰ ਵਿੱਚ ਪਹੁੰਚੇ, ਅੰਦਰ ਦਾਖਲ ਹੋਏ ਤੇ ਕਹਿੰਦੇ ਗੱਜ ਵੱਜ ਕੇ ਇੱਕ ਧਾਰਨਾ ਪੜ੍ਹੀ, ਉਹਨੂੰ ਸਮਝਾਉਣ ਵਾਸਤੇ ਉਹਦੇ ਮਨ ਨੂੰ ਠੇਸ ਪਹੁੰਚੇ ਥੋੜੀ ਜਿਹੀ, ਕਿਉਂਕਿ ਉਹ ਹੰਕਾਰ ਵਿੱਚ ਬੈਠਾ ਸੀ, ਮੈਂ ਦੁਨੀਆ ਦਾ ਰਾਜਾ। ਉਹਨੇ ਉੱਥੇ ਸਾਰਿਆਂ ਨੂੰ ਹੁਕਮ ਕੀਤਾ, ਆਪੋ ਆਪਣੇ ਧਾਰਮਿਕ ਗ੍ਰੰਥ ਲੈ ਕੇ ਇੱਥੇ ਹਾਜ਼ਰ ਹੋਵੋ, ਮੈਨੂੰ ਆ ਕੇ ਆਪੋ ਆਪਣੇ ਧਰਮਾਂ ਦੀ ਜਾਣਕਾਰੀ ਦਿਓ। ਤੇ ਧੰਨ ਬਾਬਾ ਅਤਰ ਸਿੰਘ ਮਹਾਰਾਜ ਪਰਵਾਹ ਨਹੀਂ ਸਾਧੂ ਕਰਦੇ, ਨਾਮ ਜਪਣ ਵਾਲੇ ਨਾ ਕਿਸੇ ਤੋਂ ਡਰਦੇ ਆ ਤੇ ਗੁਰਮੁਖੋਂ ਨਾ ਹੀ ਡਰਾਉਂਦੇ ਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਤੇ ਨਿਰਭਉ ਤੇ ਨਿਰਵੈਰ ਨੇ। ਤੇ ਮਹਾਂਪੁਰਖਾਂ ਨੇ ਇੱਕ ਧਾਰਨਾ ਪੜ੍ਹੀ, ਉਹ ਰਾਜਾ ਕਹਿੰਦੇ ਸੋਚਣ ਲੱਗ ਗਿਆ ਵੀ ਇਹ ਕੌਣ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਓ ਪੜ੍ਹਿਓ ਗੱਜ ਵੱਜ ਕੇ ਸਾਰੇ। ਕੋ ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਦੁਨੀਆ ਦੇ। ਕੋ ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਦੁਨੀਆ ਦੇ। ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਦੁਨੀਆ ਦੇ। ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਦੁਨੀਆ ਦੇ।
ये शब्द पढ़ के धारणा गज वज के पढ़ी, कहते राजा सोचण लग गया जारज पंचम भी ये कौन है। तो कहते वो समझाया भी ये पंजाब की धरती तो आए आ, धन धन श्री गुरु ग्रंथ साहब महाराज का स्वरूप इन्हां दे नाल है, सिख धर्म नूं संबंधित ने। इन्होंने कहते गुरबाणी का शब्द पढ़िया, फिर वो महापुरखा ने पूरा शब्द पढ़ के उसकी व्याख्या की ते राजा भी सोचण लग गया, कहते मना काहदा ये दुनिया के राज भाग दा तू माण करदा। कहते असली राजा ते परमेश्वर का नाम जपण वाला है, गज के आखो सतनाम श्री वाहिगुरु। कहते जारज पंचमन भी सोचण ला दिता, वो बेपरवाह महापुरख होए है। राजे महाराजियां दी उन्होंने परवाह नहीं की, जिहड़ी गल कहनी मूँह ते कह देनी। इस करके उन्होंने महापुरखों का साडे ते बड़ा परोपकार है, बड़ी देन है साडे समाज नूं, साडे ते बड़े बड़े परोपकार महापुरखों ने कीते है। आओ उन्हां दी पावन मिठी याद मना रहे हैं, मनाउणी चाहीदी है, क्योंकि बवानियां कहानियां पुत सपुत करे। ये साडा फर्ज है धीआं पुत्रां दा अपने वड्डियां दीआं पुरखां दीआं महापुरखां दीआं वरसियां मनाउणीआं, यादां मनाउणीआं। तो इस करके कल तो वड्डे समागम गुरुद्वारा गुरु सागर साहब मस्तूआणा साहब की धरती ते रब होणगे, लखां संगतां ने हाजरी भरनी है, हजारां ही महापुरखां ने हाजरी भरनी है, क्योंकि बहुत बड़ी ये टकसाल है महापुरखां की जिहड़ी चल रही है। विद्या का परोपकार बड़ा बड़ा महापुरखां ने कीता। किन्ने स्थान, किन्ने कॉलेज, यूनीवर्सिटियां, हर तरह का उत्थे कॉलेज चल रहे, स्कूल चल रहे, हॉस्पिटल चल रहे हैं। बड़ू साहब दी अकैडमियां भी उन्हां महापुरखां दी देन है। तकरीबन 150-200 अकैडमी चल रही है गुरमुख नाल, गुरमत का प्रचार नाल विद्या का प्रसार करके आखो सतनाम श्री वाहिगुरु। कहते लाहौर हिंदू यूनिवर्सिटी का नहीं महापुरखा ने रखी, कोई कट्टड़वाद नहीं सी महापुरख भी नहीं उत्थे नहीं जाना, जिथे प्यार नाल संगतां ने बुलाना उत्थे महापुरखा ने पहुंच जाना। जे किसी ने हिंदू ने बुलाना ता भी उत्थे पहुंच जाना, ईसाई ने बुलाना ता उत्थे पहुंच जाना, मुसलमाना ने बुलाना ता उत्थे पहुंच जाना, क्योंकि उन्होंने अवस्था बड़ी उच्ची चली जाती है। नाम जप के बंदगी करके उन्होंने सारियां दे विचों ही परमेश्वर नजर आउंदा है, गज के आखो सतनाम श्री वाहिगुरु। वो ते इहो ही सोचदे आ घट घट मैं हर जू बसा संतन करियो पुकार। उन्हां दी नज़रां विच ते सारी परमात्मा दा रूप ने, कोई हिंदू नहीं, कोई मुसलमान नहीं, कोई ईसाई नहीं। वो तो असी वंडियां पा लिया धर्मां दियां, असी जातां पातां बना लिया। गुरमुखो परमेश्वर है सारे ही परमेश्वर दे रब दा रूप, आपां सारे जिन्ने भी ने। इस करके कहंदे नाम वक्खो वखरे रख ले, रस्ता इको ही है, मंजिल इको ही है सारिਆਂ ਦੀ, रस्ते बाहर राह वक् वक् बना ले, राह अड्डो अड्ड चुन ले सारिਆਂ ने, मंजिल सारिਆਂ ਦਾ इको ही है कि परमेश्वर के नाम नूं जपना ते नाम नूं पाउणा, बस परमात्मा नूं पाउणा, मंजिल यही है। राह वक्खो वखरे ने, नाम वक्खो वखरे ने। एक चीज़ आ उहदा नाम किन्ने प्रकार के नाम ने। हुण पानी नूं पानी भी कहा जाता, वाटर भी कहा जाता, नीर भी कहा जाता, आप भी कहा जाता, है तो पानी है ना। काम उन्हें इको ही करना, प्यास बुझाउणी है, चाहे आप कह के पी लो, नीर कह के पी लो, वाटर कह के पी लो, काम तो उन्हें इको ही करना। गुरमुखो भावें अल्लाह कह लीए, वाहिगुरू कह लीए, राम राम कह लीए, खुदा खुदा कह लीए, ते है ते परमेश्वर का नाम ही है, गज के आखो सतनाम श्री वाहिगुरु। आओ महापुर के धारणा पढ़िया पर बड़े गज बज के। अल्लाह वाहिगुरू हरि दा नाम एक है, परमा च पैगी दुनिया। अल्लाह वाहिगुरू हरि दा नाम एक है, परमा च पैगी दुनिया। अल्लाह वाहिगुरू हरि दा नाम इको है, परमा च पैगी दुनिया। ओ अल्लाह वाहिगुरू हरि दा नाम इको है, परमा च पैगी दुनिया। अल्लाह वाहिगुरू हरि दा नाम इको है, परमा च पैगी दुनिया।
ਕਹਿੰਦੇ ਇਹ ਪਰਮਾਤਮਾ ਦੇ ਨਾਮ ਸਾਰੇ ਇੱਕੋ ਹੀ ਹੈ ਗੁਰਮੁਖੋ, ਨਾਮ ਵੱਖੋ ਵੱਖਰੇ ਰੱਖੇ ਬਸ ਸਾਰੇ। ਸੋ ਇਸ ਕਰਕੇ ਮਹਾਂਪੁਰਖ ਜਿਹੜੇ ਕਮਾਈ ਵਾਲੇ ਬੰਦਗੀ ਵਾਲੇ ਆ ਨਾ, ਉਹ ਇਹ ਨਹੀਂ ਸੋਚਦੇ ਵੀ ਇਹ ਕੌਣ ਹੈ, ਕਿਉਂਕਿ ਉਹਨਾਂ ਨੂੰ ਸਾਰਿਆਂ 'ਚੋਂ ਪਰਮੇਸ਼ਰ ਨਜ਼ਰ ਆਉਂਦਾ, ਸਾਰਿਆਂ 'ਚੋਂ ਰੱਬ ਦਿਸਦਾ। ਤੋ ਆਓ ਇਹ ਸਾਰੇ ਹੀ ਆਪਾਂ ਪਰਮਾਤਮਾ ਦਾ ਰੂਪ ਹਾਂ ਗੁਰਮੁਖੋ ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਸਾਰੇ ਹੀ ਪਰਮੇਸ਼ਰ ਦਾ ਰੂਪ ਆ। ਕੋਈ ਕਿਸੇ 'ਚ ਫਰਕ ਨਹੀਂ ਹੈ ਤੇ ਅਸੀਂ ਵੰਡੀਆਂ ਪਾਈਆਂ ਨੇ, ਜਾਤਾਂ ਪਾਤਾਂ ਬਣਾ ਲਈਆਂ, ਧਰਮ ਬਣਾ ਲਏ, ਪਰ ਨਹੀਂ, ਉਹ ਮਹਾਂਪੁਰਖਾਂ ਨੂੰ ਨਜ਼ਰ ਨਹੀਂ ਆਉਂਦਾ, ਉਹਨਾਂ ਤੋਂ ਸਾਰੇ ਇੱਕੋ ਹੀ ਸਮਾਨ ਨਜ਼ਰ ਆਉਂਦੇ ਆ। ਸੋ ਇਸ ਕਰਕੇ ਧੰਨ ਧੰਨ ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਬਸਤੂਆਣਾ ਸਾਹਿਬ ਵਾਲੇ 20ਵੀਂ ਸਦੀ ਦੇ ਅਵਤਾਰ, ਜਿਨ੍ਹਾਂ ਦੀ ਯਾਦ ਵਿੱਚ ਅੱਜ ਆਪਾਂ ਹਾਜ਼ਰੀ ਭਰ ਰਹੇ ਹਾਂ ਮਹਾਂਪੁਰਖਾਂ ਦੇ ਸਥਾਨ ਤੇ। ਸੰਤ ਬਾਬਾ ਨਛੱਤਰ ਸਿੰਘ ਦੀ ਕੰਪਨੀ ਵਾਲੇ ਮਹਾਂਪੁਰਖਾਂ ਦਾ ਉਦਮ ਅਪਰਾਧਾ ਮਹਾਂਪੁਰਖ ਪਹੁੰਚ ਚੁੱਕੇ ਹੈ ਪਾਵਨ ਸਤਿਗੁਰਾਂ ਦੇ। ਇਹ ਸਾਡੇ ਕਲਯੁਗੀ ਜੀਵਾਂ ਦੇ ਭਲੇ ਵਾਸਤੇ ਹੋਇਆ ਕਰਦਾ, ਜੋ ਸਤਸੰਗ ਤੇ ਨਾਮ ਰੂਪੀ ਗੰਗਾ ਵਗ ਰਹੀ ਹੈ। ਕਿੰਨਿਆਂ ਨੇ ਚੁੱਭੀਆਂ ਮਾਰਨੀਆਂ, ਹੁਣ ਜਿਹੜੇ ਤਨ ਕਰਕੇ ਚੁੱਭੀ ਮਾਰਨਗੇ ਗੁਰਮੁਖੋ, ਕਈ ਮਨ ਕਰਕੇ ਚੁੱਭੀ ਲਾਉਣਗੇ। ਹੁਣ ਲਾਹਾ ਉਹਨਾਂ ਨੇ ਕੱਢਣਾ ਜਿਨ੍ਹਾਂ ਨੇ ਮਨ ਕਰਕੇ ਚੁੱਭੀ ਲਾ ਲਈ, ਜਿਨ੍ਹਾਂ ਨੇ ਮਨ ਕਰਕੇ ਹਾਜ਼ਰੀ ਭਰ ਲਈ, ਸੇਵਾ ਕਰ ਲਈ ਮਨ ਕਰਕੇ, ਜਿਨ੍ਹਾਂ ਨੇ ਭਲਾ ਉਹਨਾਂ ਦਾ ਹੋਣਾ। ਜਿਹੜੇ ਤਨ ਕਰਕੇ ਬੈਠੇ ਆ ਸਦਾ ਪੰਜ ਵਿੱਚ ਕਿ ਪਤਾ ਨਹੀਂ ਮੈਂ ਆ ਗਿਆ ਪਿੱਛੇ ਮੇਰਾ ਕੰਮ ਹੀ ਖਰਾਬ ਹੋ ਜਾਣਾ ਹੈ, ਮੇਰੇ ਘਰ ਕੰਮ ਖਰਾਬ ਹੋ ਜਾਣਾ ਹੈ, ਪਤਾ ਨਹੀਂ ਕਦੋਂ ਸਮਾਪਤੀ ਹੋਣੀ ਹੈ। ਕਈ ਤਰ੍ਹਾਂ ਦੇ ਫੁਰਨੇ ਚੱਲਦੇ ਆ ਮਨਾਂ ਵਿੱਚ, ਪਰ ਗੁਰਮੁਖੋ ਇੱਕ ਗੱਲ ਧਿਆਨ ਵਿੱਚ ਰੱਖਿਓ, ਸਤਿਗੁਰਾਂ ਦੇ ਦਰ ਤੇ ਆਏ ਆ, ਜੇ ਦਰ ਤੇ ਆ ਕੇ ਵੀ ਸਾਡਾ ਕੰਮ ਨਹੀਂ ਸਮਰਿਆ ਤੇ ਦੁਨੀਆ ਦੀ ਕੋਈ ਤਾਕਤ ਸਵਾਰ ਨਹੀਂ ਸਕਦੀ। ਗੱਜ ਗਿਆ ਸਵਾਰਨਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨਹੀਂ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਵਾਰਨਾ। ਇੱਥੇ ਆਇਆ ਤੇ ਕੰਮ ਸੰਭਰਦੇ ਆ, ਖਰਾਬ ਨਹੀਂ ਹੁੰਦੇ। ਇਹ ਮਨ ਵਿੱਚ ਵਹਿਮ ਨਾ ਰੱਖਿਆ ਕਰੋ ਗੁਰੂ ਕੋਲ ਆਉਣ ਲੱਗੇ, ਸ਼ੰਕਾ ਨਾ ਰੱਖਿਆ ਕਰੋ, ਬਸ ਸ਼ਰਧਾ ਵਿਸ਼ਵਾਸ ਭਾਵਨਾ ਬਣਾ ਲਿਆ ਕਰੋ। ਸੋ ਆਓ ਤਨ ਉਹ ਮਹਾਂਪੁਰਖ ਜਿਨ੍ਹਾਂ ਨੇ ਐਡੇ ਐਡੇ ਪਰਉਪਕਾਰ ਸਾਡੇ ਤੇ ਕੀਤੇ। ਸੋ ਉਸੇ ਫਰਵਾੜੀ ਦੇ ਫੁੱਲ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਕੰਬਲੀ ਵਾਲੇ ਮਹਾਂਪੁਰਖਾਂ ਨੇ ਉਹਨਾਂ ਦੇ ਬਚਨਾਂ ਤੇ ਚੱਲੇ, ਉਸੇ ਤਰ੍ਹਾਂ ਹੀ ਦੁਨੀਆ ਤੇ ਪਰਉਪਕਾਰ ਕੀਤੇ, ਪਰਉਪਕਾਰ ਕਰਕੇ ਸਾਡੇ ਕਲਯੁਗੀ ਜੀਵਾਂ ਦਾ ਭਲਾ ਕੀਤਾ। ਜਿੱਥੇ ਧਾਰਮਿਕ ਅਦਾਰੇ, ਉੱਥੇ ਵਿਦਿਅਕ ਅਦਾਰੇ, ਉੱਥੇ ਪਰਉਪਕਾਰ ਸਕੂਲ ਕਾਲਜ ਹਸਪੀਟਲ ਮਹਾਂਪੁਰਖਾਂ ਨੇ ਬਣਾਏ, ਅੱਜ ਵੀ ਚੱਲਦੇ ਆ। ਉਸੇ ਤਰ੍ਹਾਂ ਹੀ ਮਹਾਂਪੁਰਖ ਚਲਾ ਰਹੇ, ਕਿਉਂਕਿ ਤੋਂ ਦਰਗਾਹ ਤੋਂ ਡਿਊਟੀਆਂ ਲੱਗਦੀਆਂ, ਇਹ ਸੇਵਾਵਾਂ ਦੀਆਂ ਗੱਦੀਆਂ ਨੇ। ਜੋ ਮਹਾਂਪੁਰਖਾਂ ਦੀ ਗੱਦੀ ਚੱਲਦੀ ਹੈ, ਇਹ ਸੇਵਾਵਾਂ ਦੀਆਂ ਗੱਦੀਆਂ ਨੇ। ਗੁਰਗੱਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਨੇ। ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮਹਾਂਪੁਰਖ ਮੁਰਸ਼ਦ ਨੇ, ਉਹ ਆਪ ਜੁੜੇ ਨੇ, ਸਾਨੂੰ ਜੋੜਦੇ ਆ। ਗੱਜ ਕੇ ਆਖੋ ਸਤਿਨਾਮ। ਇਹ ਸੇਵਾਵਾਂ ਦੀਆਂ ਗੱਦੀਆਂ ਨੇ, ਇਹ ਧੁਰ ਦਰਗਾਹ ਤੋਂ ਡਿਊਟੀ ਲੱਗਦੀ ਹੈ, ਐਵੇਂ ਨਹੀਂ ਐਡੀਆਂ ਐਡੀਆਂ ਸੇਵਾਵਾਂ, ਐਡੇ ਐਡੇ ਪਰਉਪਕਾਰ ਚੱਲਦੇ। ਇਹਦੇ ਲਈ ਵੀ ਕਮਾਈ ਦੀ ਲੋੜ ਆ, ਬੰਦਗੀ ਦੀ ਲੋੜ ਪੈਂਦੀ ਹੈ। ਤੋ ਆਓ ਧੰਨਵਾਦ ਦੇ ਯੋਗ ਸਾਰੀਆਂ ਸੰਗਤਾਂ ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ ਤੇ ਮਹਾਂਪੁਰਖਾਂ ਦੇ ਪਾਵਨ ਦਰਬਾਰ ਦੇ ਵਿੱਚ ਹਾਜ਼ਰੀ ਭਰ ਰਹੇ ਆ। ਸਾਰੀਆਂ ਸੰਗਤਾਂ ਧੰਨਵਾਦ ਦੇ ਯੋਗ ਹੈ। ਸਾਰੀਆਂ ਸੰਗਤਾਂ ਦਾ ਮਹਾਂਪੁਰਖਾਂ ਵੱਲੋਂ ਧੰਨਵਾਦ, ਕੋਟਾਨ ਕੋਟ ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਆਪਣੀ ਪਾਵਨ ਗੋਦ ਵਿੱਚ ਬਿਠਾਇਆ ਸਾਨੂੰ ਕਲਯੁਗੀ ਜੀਵਾਂ ਨੂੰ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਹੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਸਤਿਗੁਰ ਸੰਗ ਕੀਰੇ ਹਮ ਥਾਪੇ। ਕਹਿੰਦੇ ਅਸੀਂ ਰੁਲਦੇ ਫਿਰਨਾ ਸੀ, ਕਿਹਨੇ ਬਾਤ ਪੁੱਛਣੀ ਸੀ ਜੇ ਮਹਾਂਪੁਰਖ ਸਾਡੇ ਤੇ ਕਿਰਪਾ ਨਾ ਕਰਦੇ। ਗੱਜ ਗਿਆ ਕੋਈ ਸਤਿਨਾਮ। ਇਹ ਮਹਾਂਪੁਰਖ ਸਾਡੇ ਤੇ ਪਰਉਪਕਾਰ ਨਾ ਕਰਦੇ, ਪਤਾ ਨਹੀਂ ਕਿੱਥੇ ਰੁਲਣਾ ਸੀ ਅਸੀਂ। ਇਹਦੇ ਮਹਾਂਪੁਰਖਾਂ ਦੀ ਸਤਿਗੁਰਾਂ ਦੀ ਕਿਰਪਾ ਹੋਈ, ਆਪਣੀ ਗੋਦ ਵਿੱਚ ਬਿਠਾਇਆ। ਸੋ ਇਸ ਕਰਕੇ ਸਦਾ ਹੀ ਸ਼ੁਕਰਾਨਾ ਕਰਿਆ ਕਰੋ ਪਰਮਾਤਮਾ ਦਾ। ਨਾਮ ਜਪਣ ਵਾਲਿਆਂ ਦੀ ਸੰਗਤ ਕਰਿਆ ਕਰੋ, ਕਿਉਂਕਿ ਜਪਿਆ ਜਿਨ੍ਹਾਂ ਨੇ ਉਹ ਜਪਾ ਸਕਦੇ ਆ, ਜਿਹੜੇ ਜੁੜੇ ਆ ਉਹ ਜੋੜ ਸਕਦੇ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਨਾਲ।
ਸੋ ਆਓ ਪਠਾਨਕੋਟ ਧੰਨਵਾਦ ਸਾਰੀਆਂ ਸੰਗਤਾਂ ਦਾ, ਮਹਾਂਪੁਰਖਾਂ ਦੇ ਜਥੇ ਵੱਲੋਂ ਹਾਜ਼ਰੀ ਭਰੀ ਗਈ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਗੁਰਮਤਿ ਵਿਚਾਰਾ ਕਰਦੇ ਆ, ਕੀਰਤਨ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀ ਸੋ ਸੰਗਤ ਬਖਸ਼ਣਯੋਗ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣਯੋਗ ਹੈ, ਕਿਉਂਕਿ ਜੀਵ ਸਦਾ ਹੀ ਭੁੱਲਣਹਾਰ ਹੈ, ਗੁਰੂ ਸਦਾ ਹੀ ਬਖਸ਼ਣਹਾਰ ਹੈ। ਬਖਸ਼ਿੰਦ ਹੈ ਗੱਜ ਕੇ ਆਖੋ ਸਤਿਨਾਮ। ਹਮ ਅਪਰਾਧੀ ਸਦ ਭੂਲਤ ਤੁਮ ਬਖਸ਼ਣਹਾਰੇ। ਬਸ ਇਹ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਅਸੀਂ ਪਾਪੀ ਹਾਂ, ਕਲਯੁਗੀ ਹਾਂ, ਅਪਰਾਧੀ ਹਾਂ ਅਸੀਂ ਸਵਾਸ ਭੁੱਲਣਹਾਰ ਹਾਂ। ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣਹਾਰੇ। ਤੁਸੀਂ ਤੇ ਬਖਸ਼ਣਹਾਰ ਹੋ, ਤੁਸੀਂ ਤੇ ਬਖਸ਼ ਲੈਣਾ। ਗੱਜ ਕੇ ਆਖੋ ਸਤਿਨਾਮ। ਸੋ ਇਹ ਬਖਸ਼ਣਹਾਰ ਨੇ, ਬਖਸ਼ ਲੈਣਗੇ ਪਾਤਸ਼ਾਹ ਜੇ ਮਨ ਕਰਕੇ ਅਰਦਾਸ ਕਰਾਂਗੇ, ਜੇ ਹਿਰਦੇ ਚੋਂ ਅਰਦਾਸ ਕਰਾਂਗੇ ਤੇ ਬਖਸ਼ੇ ਜਾਵਾਂਗੇ। ਆਓ ਸਾਰੀਆਂ ਸੰਗਤਾਂ ਦੇ ਰਲ ਮਿਲ ਕੇ ਆਨੰਦ ਸਾਹਿਬ ਦੀ ਹਾਜ਼ਰੀ ਲਾਈਏ। ਸਮਾਪਤੀ ਉਸ ਤੋਂ ਬਾਅਦ ਅਰਦਾਸ ਹੋਣੀ ਹੈ। ਜਿਹੜੀਆਂ ਸੰਗਤਾਂ ਅਜੇ ਵੀ ਥੱਲੇ ਉਹਨਾਂ ਨੂੰ ਬੇਨਤੀ ਹੈ, ਪਾਵਨ ਦਰਬਾਰ ਵਿੱਚ ਪਹੁੰਚੋ। ਗੁਰਮੁਖੋ ਆਏ ਆ ਮਹਾਂਪੁਰਖਾਂ ਦੇ ਹਾਜ਼ਰੀ ਸਥਾਨ ਤੇ ਭਰਨ ਵਾਸਤੇ। ਬਸ ਥੱਲੇ ਘੁੰਮ ਫਿਰ ਕੇ ਟਾਈਮ ਖਰਾਬ ਨਾ ਕਰਿਆ ਕਰੋ, ਲੰਗਰਾਂ ਵਿੱਚ ਬਹਿ ਕੇ ਟਾਈਮ ਖਰਾਬ ਨਾ ਕਰਿਆ ਕਰੋ। ਜਿਹੜੀਆਂ ਸੰਗਤਾਂ ਸੇਵਾ ਕਰਦੀਆਂ ਉਹ ਧੰਨਤਾ ਦੇ ਯੋਗ ਹੈ, ਕਿਉਂਕਿ ਸੇਵਾ ਮਹਾਨ ਹੈ। ਗੁਰੂ ਘਰ ਵਿੱਚ ਸੇਵਾ ਨੂੰ ਵੱਡੀ ਵੱਡੀ ਪਦਵੀ ਹੈ। ਪਹਿਲਾਂ ਸੇਵਾ ਤੇ ਫਿਰ ਸਿਮਰਨ ਹੈ। ਪਹਿਲਾਂ ਸੇਵਾ ਨੂੰ ਮਹਾਨਤਾ ਮਿਲੀ ਹੈ ਤੇ ਫਿਰ ਸਿਮਰਨ ਕਰਨਾ। ਤੇ ਇਸ ਕਰਕੇ ਸੇਵਾ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ। ਜਿਹੜੀਆਂ ਸੰਗਤਾਂ ਇੱਧਰ ਉੱਧਰ ਘੁੰਮਦੀਆਂ, ਵਿਹਲੀਆਂ ਫਿਰਦੀਆਂ, ਚੁਗਲੀਆਂ ਨਿੰਦਿਆ ਕਰੀ ਜਾਣੀ ਇੱਕ ਦੂਜੇ ਦੀ, ਉਹ ਤੋਂ ਗੁਰੇਜ਼ ਕਰਿਆ ਕਰੋ, ਕਿਉਂਕਿ ਵੱਧ ਤੋਂ ਵੱਧ ਸਮਾਂ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਆਨੰਦ ਮਾਣਿਆ ਕਰੋ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਆਓ ਸਾਰੇ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਪਾਏ, ਸਤਿਗੁਰੂ ਮੈਂ ਪਾਇਆ। ਪਾਇਆ ਸਹਿਜ ਦੇਤੀ ਮਨ ਵਜਿਆ ਬਣਾਇਆ। ਰਾਗ ਰਤਨ ਪਰਵਾਰ ਤਰੀਆਂ ਸ਼ਬਦ ਗਾਵਣ ਆਈਆਂ। ਤੋ ਲਗਾਵੋ ਮਰੀ ਤੇਰਾ ਮਨ ਜੀ ਬਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮੇਰੇ ਮਨ ਮੇਰਿਆ ਤੂੰ ਤਰਾਇਓ ਅਰਨਾਲੇ। ਅਰਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਕਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਨਾਨਕ ਮਨ ਮੇਰੇ ਸਦਾ ਅਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਤੇਰੇ ਸਭ ਕਿਛ ਹੈ ਜਿਸ ਤੇਰੇ ਤੋਂ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਰਚਿਆ ਬਾਜੇ ਚੰਦਨ ਮੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰ। ਸੱਚ ਨਾਮ ਆਧਾਰ ਮੇਰਾ ਦਿਲ ਭੁੱਖਾ ਸਭ ਗਵਾਇਆ। ਹਰ ਸ਼ਾਂਤ ਸੁਖ ਮਨ ਆਏ ਬਸਿਆ, ਤੇਰੀ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨੀ ਦਾ ਗੁਰ ਵੇਟੋ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ। ਅੱਜ ਸ਼ਬਦ ਬਿਤ ਕਾਰਜ ਭਾਗੈ, ਕਾਰਜ ਭਾਗੈ ਸ਼ਬਦ ਵਾਜੇ। ਕਾਰਜ ਕਰ ਤਾਰਿਆ ਪੰਜ ਦੂਤ ਦਵਸ ਕੀਤੇ, ਕਾਲ ਗੰਤਕ ਮਾਰਿਆ। ਕਰਮ ਪਾਇਆ ਤੁਧ ਜਿਨ ਕੋ ਤੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਰੰਭ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਆਰ ਬ੍ਰਹਮ ਪਾਇਆ, ਉਤਰੇ ਸਗਲ ਮਸੂਰੇ। ਸਰਵ ਸੰਤਾ ਪੁਰਤਰੇ ਮਣੀ ਸੱਚੀ ਬਾਣੀ। ਸੰਤ ਸਾਧਕ ਪਏ ਸਰਸੇ ਪੂਰੇ, ਗੁਰ ਤੇ ਜਾਣੀ। ਪੁਰਿਤ ਕੈਸੇ ਪੁਰਿਤ ਸਤਿਗੁਰ ਲਗਿਆ ਪਰਪੂਰੇ। ਨਿਰਮੰਤ ਨਾਨਕ ਚਰਨ ਲਾਗੇ, ਵਾਜੇ ਅਨਹਦ ਸੂਰੇ ਸਦੋ। ਸਵਨ ਗੁਰੂ ਪਾਣੀ ਪਿਤਾ, ਮਾਤਾ ਸਰਸ ਮਹਾਤ। ਰਾਤ ਗੁਰਦਾਈ ਦਾਇਆ ਖੇਲਾ ਸਰਬਤ ਗਾਤ। ਲੰਗਿਆਈਆਂ ਬੁਰਿਆਈਆਂ, ਬਾਟੇ ਧਰਮ ਹਦੂਰ। ਆਪੋ ਆਪਣੀ ਦੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਗਏ ਮਸ਼ਕਤ ਕਾਲ। ਨਾਨਕ ਦੇ ਮੁਖ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ